त्रिभुवन महीप सुर नर असुर, नीत नीत बन तृण कहत। त्वै सर्वनाम कथै कवन, कर्म नाम वर्णत सुमत। मूक उचरै शास्त्र खाट, पिंग गिरंग चढ़ जाय। अंध लखै बदरो सुनै, जो काल कृपा कराय। कहाँ बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। हम ना सकत कर सिफत तुम्हारी, आप ले हो तुम कथा सुधारी। सतनाम श्री वाहिगुरु साहिब जी। वाजे पंच शब्द तित घर सुभागै, घर सुभागै शब्द वाजे। कला जित कर धारिया, पंच दूत तुद वस कीते। काल कंटक मारिया, धुर करम पाया तुद जिन को। से नाम हर कह लागे, कह नानक तह सुख होआ। तित घर अनहद वाजे, धुर करम पाया तुद जिन को। से नाम हर कह लागे, कह नानक तह सुख होआ। तित घर अनहद वाजे। वाहिगुरु जी का खालसा, वाहिगुरु जी की फतेह। सच्चे पातशाह भगत वत्सल, करुणा निधान, 10 पातशाहियां दा आत्मक स्वरूप, चवर छतर तख्तां दे मालक, धन सतगुरु श्री गुरु ग्रंथ साहिब सच्चे पातशाह, जिन्हां नूं दशमेश पिता कलगीधर पातशाह श्री गुरु गोबिंद सिंह साहब महाराज सतगुरां ने अपनी गुरता गद्दी, जो धन श्री गुरु नानक देव महाराज जियां तो चली, वो जोत धन श्री गुरु ग्रंथ साहब महाराज अंदर टिकाउणा करके साडे सिखां दे उपर जो महान पर उपकार सतगुरां ने कीता। ऐसे सतगुरां दे ਅੰਮ੍ਰਿਤ ਵੇਲੇ ਤੋਂ ਲੈ ਕਰਕੇ ਦਰਸ਼ਨ ਦਿਦਾਰੇ ਕਰ ਰਹੀ ਗੁਰੂ ਰੂਪ ਸਾਧ ਸੰਗਤ ਵਡਭਾਗੇ ਹਾਂ। ਅੰਮ੍ਰਿਤ ਵੇਲੇ ਤੋਂ ਲੈ ਕਰਕੇ ਜੋ ਅੰਮ੍ਰਿਤਮਈ ਗੁਰਬਾਣੀਆਂ ਦਾ ਨਿਤਨੇਮ ਸਰਵਣ ਕੀਤਾ ਹੈ, ਸਤਿਗੁਰਾਂ ਨੇ ਬਖਸ਼ਿਸ਼ ਕੀਤੀ। ਜੋ ਕੱਲ੍ਹ ਦੇ ਦੀਵਾਨਾਂ ਅੰਦਰ ਸ੍ਰੀ ਆਨੰਦ ਸਾਹਿਬ ਪਵਿੱਤਰ ਗੁਰਬਾਣੀ ਤਿਸ ਦੀ ਲੜੀਵਾਰ ਕਥਾ ਵਿਚਾਰ ਪ੍ਰਾਰੰਭ ਹੋਈ ਹੈ। ਇਹ ਪਵਿੱਤਰ ਗੁਰਬਾਣੀ ਨਿਤਨੇਮ ਦੇ ਅੰਦਰ ਸਤਿਗੁਰਾਂ ਨੇ 5ਵੇਂ ਥਾਈਂ ਪੜ੍ਹਨ ਦਾ ਹੁਕਮ ਕਰਕੇ ਤੇ ਸਿੱਖਾਂ ਦੀ ਝੋਲੀ ਇਹ ਪਵਿੱਤਰ ਗੁਰਬਾਣੀ ਨੂੰ ਪਾਉਣਾ ਕੀਤਾ। ਤਿਸ ਦੇ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਨੇ ਪਵਿੱਤਰ ਬਖਸ਼ਿਸ਼ ਕੀਤੀ ਕਿ ਜਿਹੜੇ ਆਨੰਦ ਦੀ ਪ੍ਰਾਪਤੀ ਹੈ, ਆਨੰਦ ਜਿਹੜਾ ਦਵੈਤ ਤੋਂ ਰਹਿਤ ਇੱਕ ਮਿਕਤਾ ਉਸ ਪਰਮੇਸ਼ਰ ਦੇ ਨਾਲ, ਉਹ ਭਾਈ ਗੁਰੂ ਪਾਸੋਂ ਹੀ ਪ੍ਰਾਪਤ ਹੋਵੇਗੀ। ਹੋਰ ਕੋਈ ਯਤਨ ਕੀਤਿਆਂ ਪ੍ਰਾਪਤ ਨਹੀਂ ਹੋ ਸਕਦੀ, ਕਿਉਂਕਿ ਘਰ ਤਾਂ ਤੇਰਾ ਸਭ ਕੁਛ ਹੈ। ਹੇ ਸਤਿਗੁਰੂ, ਹੇ ਪਰਮੇਸ਼ਰ, ਘਰ ਤਾਂ ਤੇਰਾ ਸਭ ਕੁਛ ਹੈ। ਤੁਹਾਡੇ ਘਰ ਦੇ ਅੰਦਰ ਸਾਰੀਆਂ ਵਸਤੂਆਂ ਹਨ। ਉਸ ਪਰਮੇਸ਼ਰ ਦੇ ਆਨੰਦ ਦੀ ਵਸਤੂ ਵੀ ਤੁਹਾਡੇ ਗ੍ਰਹਿ ਵਿਖੇ ਘਰ ਦੇ ਅੰਦਰ ਹੈ। ਤੁਸੀਂ ਜਿਸ 'ਤੇ ਕਿਰਪਾ ਕਰੋ ਉਹੀ ਇਸ ਨੂੰ ਪ੍ਰਾਪਤ ਕਰ ਸਕਦਾ ਹੈ। ਤੇ ਮੇਰੇ ਸੱਚੇ ਮਾਲਕ, ਤੁਸੀਂ ਕਿਰਪਾ ਦੇ ਖਜ਼ਾਨੇ, ਕਰੁਣਾ ਨਿਧਾਨ ਖਜ਼ਾਨੇ ਹੋ, ਕਿਰਪਾ ਕਰਨ ਦੇ, ਆਪਣੇ ਭਗਤਾਂ ਨੂੰ ਤਾਰਨ ਵਾਲੇ ਹੋ, ਭਗਤਾਂ ਨੂੰ ਪ੍ਰੇਮ ਕਰਨ ਵਾਲੇ ਹੋ। ਤੁਸੀਂ ਸਾਡੇ 'ਤੇ ਕਿਰਪਾ ਕਰਕੇ ਤਰੁੱਠ ਕੇ ਤੇ ਸਾਡੇ 'ਤੇ ਇਹ ਕਿਰਪਾ ਕਰੋ।
ਤੇ ਇਸ ਪ੍ਰਕਾਰ ਦੇ ਨਾਲ ਸਾਡਾ ਵੀ ਜਿਹੜਾ ਆਸਰਾ ਜੀਵਨ ਦਾ ਆਧਾਰ ਹੈ ਉਹ ਨਾਮ ਬਣ ਜਾਵੇ ਤੇ ਨਾਮ ਦੇ ਆਸਰੇ ਤੇ ਅਸੀਂ ਫਿਰ ਜੀ ਉੱਠੀਏ, ਸਾਡੀ ਆਤਮਕ ਸਾਡਾ ਜੀਵਨ ਹੋ ਜਾਵੇ। ਤੁਰਦੀਆਂ ਫਿਰਦੀਆਂ ਲਾਸ਼ਾਂ ਦੀ ਗਿਣਤੀ ਦੇ ਵਿੱਚੋਂ ਨਿਕਲ ਕਰਕੇ ਤੇ ਜਾਗਦੇ ਜਿਉਂਦਿਆਂ ਦੀ ਗਿਣਤੀ ਦੇ ਵਿੱਚ ਹੋ ਜਾਈਏ। ਸਤਿਗੁਰੂ ਸਾਡੇ ਤੇ ਕਿਰਪਾ ਕਰੋ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਤਿਗੁਰੂ ਅੱਗੋਂ ਫਰਮਾਉਂਦੇ ਕਿ ਜੇ ਤੂੰ ਇਹ ਦਾਤਾਂ ਲੋੜਦਾ ਹੈ ਨਾ, ਆਪਣੇ ਹਿਰਦੇ ਅੰਦਰ ਨਾਮ ਨੂੰ ਟਿਕਾਉਣ ਦੀ ਬਾਤ ਕਰਦਾ ਹੈ, ਮੰਗ ਮੰਗਦਾ ਹੈ, ਤਾਂ ਕੀ ਕਰ, ਸ਼ਬਦ ਧਰੋ ਪਿਆਰੋ। ਸ਼ਬਦ ਸੱਚੇ ਸਤਿਗੁਰਾਂ ਦਾ ਜਿਹੜਾ ਪਵਿੱਤਰ ਸ਼ਬਦ ਗੁਰਬਾਣੀ ਹੈ ਅਥਵਾ ਜੋ ਨਾਮ ਸਿਮਰਨ ਹੈ ਵਾਹਿਗੁਰੂ, ਸ਼ਬਦ ਧਰੋ ਪਿਆਰੋ। ਇਸ ਦੇ ਅੰਦਰ ਤੂੰ ਆਪਣਾ ਪਿਆਰ ਲਾਉਣਾ ਕਰ, ਜਿਸ ਦੇ ਨਾਲ ਫਿਰ ਤੇਰਾ ਇਹ ਆਧਾਰ ਬਣ ਜਾਵੇਗਾ ਤੇ ਤੇਰੇ ਸਾਹਾਂ ਦਾ ਆਸਰਾ ਇਹ ਤੇਰਾ ਬਣ ਜਾਵੇਗਾ। ਜੇਕਰ ਤੂੰ ਪਿਆਰ ਲਗਾਵੇਂਗਾ, ਇਸ ਦੇ ਨਾਲ ਪਿਆਰ ਲਗਾਵੇਂਗਾ ਸਤਿਗੁਰਾਂ ਦੇ ਨਾਲ। ਸਤਿਗੁਰਾਂ ਦਾ ਬਚਨ ਹੈ ਨਾ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਇਸ ਕਰਕੇ ਤੂੰ ਕੀ ਕਰ, ਹਰ ਨਾਲ ਰਹੋ ਤੂੰ ਮਨ ਮੇਰੇ। ਤੂੰ ਉਸ ਪਰਮੇਸ਼ਰ ਦੇ ਨਾਲ ਹੀ ਸਦਾ ਰਹਿਣਾ ਕਰ, ਉਸ ਨੂੰ ਹਰ ਵਕਤ ਯਾਦ ਕਰ, ਕਿਉਂਕਿ ਉਹ ਤੇਰੇ ਸਦਾ ਨਾਲ ਹੈ। ਇਸ ਕਰਕੇ ਤੂੰ ਵੀ ਉਹਦੀ ਹਾਜ਼ਰੀ ਨੂੰ ਮਨ ਮਹਿਸੂਸ ਕਰਕੇ ਤੇ ਉਹਦੇ ਨਾਲ ਸਦਾ ਰਹਿਣਾ ਕਰ, ਤਾਂ ਤੇਰੀ ਕਲਿਆਣ ਹੋ ਸਕਦੀ ਹੈ। ਇਹ ਸਤਿਗੁਰਾਂ ਨੇ ਇਹ 4 ਪੌੜੀਆਂ ਤੱਕ ਸਰਵਣ ਬਖਸ਼ਿਸ਼ ਕੀਤੀ ਸੀ, ਜੋ ਅੱਜ 5ਵੀਂ ਪੌੜੀ ਦਾ ਜੋ ਪਵਿੱਤਰ ਉਪਦੇਸ਼ ਪਾਠ ਰੂਪ ਅੰਦਰ ਸਰਵਣ ਕੀਤਾ ਹੈ, ਤੇ ਇਸ ਦੇ ਅੰਦਰ ਜੋ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਆਪਾਂ ਸਾਰੇ ਹੀ ਸਤਿਗੁਰਾਂ ਅੱਗੇ ਨਿਮਰਤਾ ਸਹਿਤ ਦੋਏ ਕਰ ਜੋੜ ਸੀਸ ਨਿਵਾ ਕਰਕੇ ਤੇ ਸਰਵਣ ਕਰਨ ਦਾ ਯਤਨ ਕਰੀਏ ਤੇ ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਜੇ ਪੰਚ ਸ਼ਬਦ ਤਿਤ ਘਾਟ ਸੁਭਾਗੈ। ਵਾਜੇ ਪੰਚ, ਜਿਹੜੇ ਪੰਜ ਸ਼ਬਦ ਵਾਜੇ ਵੱਜ ਰਹੇ ਹਨ ਨਾ, ਤਿਤ ਘਰ ਸੁਭਾਗੈ, ਉਹ ਜਿਹੜਾ ਸੁਭਾਗਾ ਘਰ ਹੈ, ਜਿਹਨੂੰ ਸੁਭਾਗ ਪ੍ਰਾਪਤ ਹੋ ਗਿਆ ਹੈ, ਜਿਹੜੇ ਘਰ ਨੂੰ ਸ੍ਰੇਸ਼ਟ ਭਾਗਾਂ ਵਾਲਾ ਜਿਹੜਾ ਘਰ ਜੋ ਸਤ ਸੰਗਤ ਹੈ ਸਤਿਗੁਰਾਂ ਦੀ। ਇੱਥੇ ਸਤਿਗੁਰੂ ਬਖਸ਼ਿਸ਼ ਕਰਦੇ ਸਤ ਸੰਗਤ ਦੇ ਅੰਦਰ ਵਾਜੇ ਪੰਜ ਸ਼ਬਦ, ਜਿਹੜੇ 5 ਨਾਦ ਵੱਜ ਰਹੇ ਹਨ, ਸਰੰਗੀ, ਜੋੜੀ, ਰਬਾਬ, ਤਾਉਸ ਆਦਿਕ ਜਿਹੜੇ ਹਨ, ਇਹ ਸ਼ਬਦ, ਇਹ 5 ਸ਼ਬਦ ਵੱਜ ਰਹੇ ਹਨ ਇਸ ਸਤ ਸੰਗਤ ਦੇ ਅੰਦਰ। ਇਸੇ ਪ੍ਰਕਾਰ ਤਿਤ ਘਰ ਸੁਭਾਗੈ, ਜੋ ਸੁਭਾਗਾ ਘਰ, ਜਿਹੜਾ ਸ੍ਰੇਸ਼ਟ ਭਾਗਾਂ ਵਾਲਾ ਹੋ ਗਿਆ ਘਰ, ਜਿਸ ਘਰ ਨੂੰ ਸਤਿਗੁਰਾਂ ਨੇ ਸ਼ੁੱਧ ਕਰਕੇ ਤੇ ਆਪਣਾ ਨਾਮ ਉੱਥੇ ਟਿਕਾ ਕਰ ਦਿੱਤਾ, ਨਾਮ ਦਾ ਟਿਕਾਣਾ ਕਰ ਦਿੱਤਾ, ਉੱਥੇ ਫਿਰ ਇਹ ਵਾਜੇ ਵੱਜ ਆਉਂਦੇ ਹਨ। ਪੰਜ ਕਿਹੜੇ? ਸਤ ਸੰਤੋਖ ਵੱਜਿਆ ਹੈ ਵਾਜੇ, ਅਣਹਦਾ ਝੁਣਕਾਰੇ, ਸਤ ਸੰਤੋਖ, ਦਇਆ, ਧਰਮ, ਵਿਚਾਰ ਆਦਿਕ ਇਹ 5 ਵਾਜੇ ਜਿਹੜੇ ਹਨ ਨਾ, ਇਹ ਉਸ ਹਿਰਦੇ ਅੰਦਰ ਵੱਜਣ ਲੱਗ ਪੈਂਦੇ ਹਨ। ਭਾਵ ਇਹ ਜਿਹੜੇ ਗੁਣ ਹਨ, ਸਤ, ਸੰਤੋਖ, ਸੰਤੋਖ ਰੱਖਣਾ, ਦਇਆ ਕਰਨੀ, ਇਹ ਜਿਹੜੇ ਗੁਣ ਹਨ ਉਸ ਹਿਰਦੇ ਦੇ ਅੰਦਰ ਆਪੋ ਹੀ ਆ ਜਾਂਦੇ ਹਨ, ਜਿਹਦੇ ਅੰਦਰ ਸਤਿਗੁਰੂ ਆਪਣੇ ਨਾਮ ਦਾ ਟਿਕਾਣਾ ਕਰ ਦਿੰਦੇ ਹਨ। ਜਿੱਥੇ ਸਤਿਗੁਰੂ ਉਸ ਮਨ ਨੂੰ ਸ਼ੁੱਧ ਕਰਕੇ ਤੇ ਉਸ ਨੂੰ ਅੰਗੀਕਾਰ ਕਰ ਲੈਂਦੇ ਹਨ, ਉੱਥੇ ਇਹ ਪੰਜ ਜਿਹੜੇ ਹਨ ਸ਼ਬਦ ਵਾਜੇ, ਇਹ ਸ੍ਰੇਸ਼ਟ ਉਸ ਹਿਰਦੇ ਘਰ ਦੇ ਅੰਦਰ ਇਹ ਗੁਣ ਜਿਹੜੇ ਹਨ ਵਸ ਆਉਂਦੇ ਹਨ। ਇਸ ਪ੍ਰਕਾਰ ਜੋ ਪੰਜ, ਜੋ ਚੇਤਨ ਸਰੂਪ ਬ੍ਰਹਮ ਹੈ, ਪੰਜ ਸ਼ਬਦ ਜਿਹੜਾ ਉਹ ਸ਼ਬਦ ਹੈ, ਉਹ ਚੇਤਨ ਬ੍ਰਹਮ ਹੈ, ਜਿਹੜਾ ਉਹ ਪ੍ਰਗਾਸ ਪ੍ਰਗਟ ਹੋ ਆਉਂਦਾ ਹੈ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਜਿਹੜਾ ਸੁਭਾਗਾ ਘਰ ਹੈ, ਜਿੱਥੇ ਸਤਿਗੁਰਾਂ ਨੇ ਜਿਹੜੇ ਘਰ ਦੇ ਅੰਦਰ ਬਖਸ਼ਿਸ਼ ਕਰ ਦਿੱਤੀ, ਉੱਥੇ ਫਿਰ ਇਹ ਬਖਸ਼ਿਸ਼, ਇਹ ਜੋ ਸਤ ਸੰਤੋਖ, ਦਇਆ, ਧਰਮ, ਵਿਚਾਰ ਆਦਿ ਇਹ ਵਾਜੇ, ਉੱਥੇ ਖੁਸ਼ੀਆਂ ਦੇ ਵਾਜ ਆਉਂਦੇ ਹਨ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਕਲਾ ਜਿਤ ਘਰ ਧਾਰੀਆ, ਇਹ ਪਰਮੇਸ਼ਰ ਜਿਸ ਹਿਰਦੇ ਦੇ ਅੰਦਰ ਤੁਸੀਂ ਆਪਣੀ ਕਲਾ, ਆਪਣੀ ਸ਼ਕਤੀ ਵਰਤਾ ਦਿੱਤੀ, ਭਗਤੀ ਦੀ ਸ਼ਕਤੀ ਜਿਨ੍ਹਾਂ ਨੂੰ ਤੁਸੀਂ ਦੇ ਦਿੱਤੀ, ਫਿਰ ਉਸ ਘਰ ਦੇ ਅੰਦਰ ਘਰ ਸੁਭਾਗੈ ਸ਼ਬਦ ਵਾਜੇ, ਫਿਰ ਉਸ ਘਰ ਦੇ ਹਿਰਦੇ ਘਰ ਦੇ ਅੰਦਰ ਇਹ ਵਾਜੇ ਵੱਜ ਆਉਂਦੇ ਹਨ। ਕਲਾ, ਜਿੱਥੇ ਪਰਮੇਸ਼ਰ ਤੁਸੀਂ ਆਪਣੀ ਸ਼ਾਂਤੀ ਦੇ ਦਿੱਤੀ, ਕਲਾ ਜਿਤ ਘਰ ਧਾਰੀਆ, ਤੁਸੀਂ ਆਪਣੀ ਸ਼ਾਂਤੀ ਵਰਤਾ ਦਿੱਤੀ, ਉੱਥੇ ਇਹ ਵਾਜੇ ਫਿਰ ਵੱਜ ਆਉਂਦੇ ਹਨ ਖੁਸ਼ੀ ਦੇ ਉਸ ਮਨ ਹਿਰਦੇ ਦੇ ਅੰਦਰ।
ਇਸ ਪ੍ਰਕਾਰ ਕਲਾ ਜਿਹੜੀ ਸ਼ਰਧਾ ਹੈ, ਪਰਮੇਸ਼ਰ ਜਿਨ੍ਹਾਂ ਨੂੰ ਤੁਸੀਂ ਆਪਣੀ ਸ਼ਰਧਾ ਪ੍ਰੇਮ ਬਖਸ਼ਿਸ਼ ਕਰ ਦਿੱਤਾ, ਉਸ ਹਿਰਦੇ ਘਰ ਦੇ ਅੰਦਰ ਫਿਰ ਇਹ ਪੰਜ ਵਾਜੇ ਜਿਹੜੇ ਹਨ ਨਾ, ਖੁਸ਼ੀਆਂ ਦੇ ਵਾਜੇ ਵੱਜਣ ਲੱਗ ਆਉਂਦੇ ਹਨ। ਭਾਵ ਜਿਹੜੇ ਦੁੱਖ ਹੁੰਦੇ ਹਨ ਹਰ ਪ੍ਰਕਾਰ ਦੇ ਹੀ, ਉਹ ਸਾਰੇ ਮਿਟ ਜਾਂਦੇ ਹਨ। ਇਹ ਅਸੀਂ ਸਤਿਗੁਰਾਂ ਦੀ ਕਲਾ ਬਖਸ਼ਿਸ਼ ਹੁੰਦੀ ਹੈ। ਪੰਚ ਦੂਤ ਤੁਧ ਵਸ ਕੀਤੇ। ਉਹਨਾਂ ਦੇ ਫਿਰ ਇਹ ਸਤਿਗੁਰੂ ਤੁਸੀਂ ਪੰਜ ਦੂਤ, ਜਿਹੜੇ ਪੰਜੇ ਹੀ ਦੂਤ ਹਨ ਨਾ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ, ਇਹ ਜਿਹੜੇ ਪੰਜ ਦੂਤ ਮਨੁੱਖ ਨੂੰ ਸਦਾ ਜ਼ਿੰਦਗੀ ਤੰਗ ਕਰਦੇ ਰਹਿੰਦੇ ਹਨ, ਜਿਹੜੇ ਇਸ ਨੂੰ ਪਰਮੇਸ਼ਰ ਤੋਂ ਵਿਛੋੜਾ ਪਾਈ ਰੱਖਦੇ ਹਨ। ਉਹ ਸਤਿਗੁਰੂ ਫਰਮਾਉਂਦੇ ਪੰਜ ਦੂਤ ਤੁਧ ਵਸ ਕੀਤੇ, ਕਿ ਇਹ ਸਤਿਗੁਰੂ ਹੈ ਪਰਮੇਸ਼ਰ, ਤੁਸਾਂ ਨੇ ਜਿਸ ਹਿਰਦੇ ਦੇ ਅੰਦਰ ਆਪਣੀ ਕਲਾ ਟਿਕਾਈ, ਆਪਣਾ ਨਾਮ ਦਾ ਵਰਤਾਰਾ ਵਰਤਾ ਦਿੱਤਾ, ਉਹਨਾਂ ਦੇ ਫਿਰ ਇਹ ਪੰਜ ਦੂਤ ਵੀ ਉਹਨਾਂ ਦੇ ਤੁਸੀਂ ਵਸ ਕਰ ਦਿੱਤੇ। ਹੁਣ ਕੀ ਖੇਡ ਬਣੀ ਕਿ ਹੁਣ ਇਹ ਜਿਹੜੇ ਪੰਜ ਦੂਤ ਹਨ ਨਾ, ਇਹ ਤੰਗ ਨਹੀਂ ਕਰਦੇ ਇਸ ਜੀਵ ਨੂੰ, ਤੇ ਇਹ ਜਿਹੜੇ ਪੰਜ ਵੈਰੀ ਹਨ, ਇਹਨਾਂ ਨੂੰ ਹੁਣ ਇਹ ਜਿਹੜਾ ਜੀਵ ਹੈ ਇਹ ਆਪਣੇ ਅਨੁਸਾਰ ਵਰਤਦਾ ਹੈ। ਕਾਮ ਨੂੰ ਆਪਣੇ ਅਨੁਸਾਰ ਸੰਤਾਨ ਉਤਪਤੀ ਲਈ ਹੁਣ ਵਰਤਦਾ ਹੈ, ਅਤੇ ਕ੍ਰੋਧ ਨੂੰ ਇਸ ਪ੍ਰਕਾਰ ਝਿੜਕਦੇ ਅਨੁਸਾਰੀ ਵਹੋ ਕਰਕੇ, ਤੇ ਵੀਰ ਰਸ ਦੇ ਰੂਪ ਅੰਦਰ ਇਸ ਨੂੰ ਵਰਤਦਾ ਹੈ। ਇਸੇ ਹੀ ਪ੍ਰਕਾਰ ਪੰਜੇ ਹੀ ਜਿਹੜੇ ਦੂਤ ਹਨ ਇਹ ਫਿਰ ਇਹਦੇ ਵਸ ਵਿੱਚ ਹੋ ਗਏ ਹਨ। ਤੁਸੀਂ ਕਿਰਪਾ ਕੀਤੀ ਹੈ ਸਤਿਗੁਰੂ। ਕਾਲ ਕੰਟਕ ਮਾਰਿਆ। ਜਿਹੜਾ ਕਾਲ ਕੰਟਕ ਦੁਖਦਾਈ ਕਾਲ ਹੈ ਨਾ, ਇਸ ਨੂੰ ਤੁਸੀਂ ਮਾਰਨਾ ਕਰ ਦਿੱਤਾ ਹੈ। ਕਾਲ ਜਿਹੜਾ ਕਲਯੁਗ ਦਾ ਪ੍ਰਭਾਵ ਹੈ, ਕੰਟਕ ਜਿਹੜਾ ਦੁਖਦਾਈ ਹੈ, ਇਸ ਨੂੰ ਤੁਸੀਂ ਇਸ ਦਾ ਨਾਸ਼ ਕਰ ਦਿੱਤਾ ਹੈ। ਹੇ ਪਰਮੇਸ਼ਰ, ਜਿੱਥੇ ਤੁਸੀਂ ਆਪਣੀ ਕਲਾ ਵਰਤਾਈ ਹੈ। ਧੁਰ ਕਰਮ ਪਾਇਆ ਤੁਧ ਜਿਨ ਕੋ। ਪਰ ਇਹ ਬਖਸ਼ਿਸ਼ ਕਿਹਦੇ ਤੇ ਹੁੰਦੀ ਹੈ? ਸਤਿਗੁਰੂ ਫਰਮਾਉਂਦੇ ਧੁਰ ਕਰਮ ਪਾਇਆ ਤੁਧ ਜਿਨ ਕੋ, ਤੁਸੀਂ ਜਿਨ੍ਹਾਂ ਦੇ ਮਸਤਕ ਤੇ ਧੁਰੋਂ ਹੀ ਕਰਮ ਲਿਖ ਕਰਕੇ ਭੇਜ ਦਿੱਤਾ। ਧੁਰ ਕਰਮ ਪਾਇਆ ਤੁਧ ਜਿਨ ਕੋ, ਜਿਨ੍ਹਾਂ ਤੇ ਤੁਸੀਂ ਇਹ ਕਿਰਪਾ ਕੀਤੀ ਧੁਰ ਤੋਂ ਹੀ। ਸੇ ਨਾਮ ਹਰਿ ਕੈ ਲਾਗੇ। ਸੇ ਉਹੀ ਨਾਮ ਹਰਿ ਕੈ ਲਾਗੇ, ਹਰੀ ਦੇ ਨਾਮ ਅੰਦਰ ਉਹੀ ਲੱਗੇ ਜਿਨ੍ਹਾਂ ਤੇ ਤੁਸੀਂ ਕਿਰਪਾ ਕਰ ਦਿੱਤੀ ਸਤਿਗੁਰੂ। ਸੇ ਨਾਮ ਹਰਿ ਕੈ ਲਾਗੇ, ਕਿ ਲੱਗ ਗਏ, ਭਾਵ ਹਰੀ ਦੇ ਨਾਮ ਨੂੰ ਸਿਮਰਨ ਦੇ ਵਿੱਚ ਲੱਗ ਗਏ, ਉਸ ਦਾ ਸਿਮਰਨ ਕਰ ਕਰਕੇ ਤੇ ਉਸ ਦੇ ਵਿੱਚ ਹੀ ਸਮਾ ਗਏ। ਸਿਮਰਨ ਦੀ ਧੁਨੀ ਨੂੰ ਉਚਾਰ ਕੇ ਤੇ ਉਸ ਧੁਨੀ ਦੇ ਵਿੱਚ ਹੀ ਖੋ ਗਏ। ਇਹ ਕੌਣ, ਕਿਹਨਾਂ ਨਾਲ ਇਹੋ ਜਿਹੀ ਖੇਡ ਬਣੀ? ਧੁਰ ਕਰਮ ਪਾਇਆ ਤੁਧ ਜਿਨ ਕਉ, ਜਿਨ੍ਹਾਂ ਨੇ ਧੁਰ ਤੋਂ ਹੀ ਹੈ ਪਰਮੇਸ਼ਰ ਤੁਹਾਨੂੰ ਪਾਉਣ ਦਾ ਜਿਹੜਾ ਕਰਮ ਹੈ ਉਹ ਲਿਖਵਾ ਕੇ ਆਏ ਹਨ, ਜਿਹੜੇ ਉਹਨਾਂ ਨੂੰ ਫਿਰ ਇਹ ਨਾਮ ਹਰਿ ਕੈ ਲਾਗੇ, ਇਹ ਅਸੀਂ ਉਹਨਾਂ ਦੀ ਕਲਾ ਉਹਨਾਂ ਦੇ ਹਿਰਦੇ ਅੰਦਰ ਵਰਤ ਜਾਂਦੀ ਹੈ। ਫਿਰ ਉਹਨਾਂ ਦੇ ਕਾਲ ਕੰਟਕ ਸਾਰੇ ਮਾਰੇ ਜਾਂਦੇ ਹਨ। ਪੰਜ ਦੂਤ ਜਿਹੜੇ ਹਨ ਇਹ ਸਾਰੇ ਹੀ ਨਾਸ ਹੋ ਜਾਂਦੇ ਹਨ, ਇਹਨਾਂ ਨੂੰ ਫਿਰ ਦੁੱਖ ਨਹੀਂ ਦਿੰਦੇ ਤੇ ਖੁਸ਼ੀਆਂ ਦੇ ਵਾਜੇ ਵੱਜ ਆਉਂਦੇ ਹਨ। ਕਹਿ ਨਾਨਕ ਤਹਿ ਸੁਖ ਹੋਆ। ਤਹਿ ਸੁਖ ਹੋਆ, ਉੱਥੇ ਸੁਖ ਵਰਤਦਾ ਹੈ ਜਿੱਥੇ ਨਾਮ ਟਿਕ ਜਾਂਦਾ ਹੈ ਨਾ। ਜਿਹੜੇ ਜੀਵ ਨਾਮ ਦੇ ਅੰਦਰ ਲੱਗ ਜਾਂਦੇ ਹਨ, ਸੇ ਨਾਮ ਹਰਿ ਕੈ ਲਾਗੇ, ਜਿਹੜੇ ਹਰੀ ਦੇ ਨਾਮ ਨੂੰ ਸਿਮਰਨ ਦੇ ਕਾਰਜ ਦੇ ਅੰਦਰ ਲੱਗ ਜਾਂਦੇ ਹਨ। ਫਿਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਤਹ ਸੁਖ ਹੋਆ, ਉੱਥੇ ਫਿਰ ਸਦੀਵੀ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਸੰਸਾਰੀ ਇਹ ਜਿਹੜੇ ਰਸ ਹਨ ਤੇ ਇਹ ਜਿਹੜੇ ਵਿਕਾਰਾਂ ਦਾ ਭੋਗਣਾ ਹੈ, ਇਹ ਸੁਖ ਹੈਨ ਪਰ ਖਿਨ ਮਾਤਰ। ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਸੁ ਦੁਖ ਪਾਵੈ। ਇਹ ਜਿਹੜਾ ਨਿਮਖ ਸਵਾਦ ਹੁੰਦਾ ਹੈ ਨਾ, ਇਹਨਾਂ ਵਿਕਾਰਾਂ ਦਾ ਨਿਮਖ ਪਲ ਮਾਤਰ, ਫਿਰ ਕਰੋੜਾਂ ਦਿਨ ਉਸ ਤੋਂ ਉਪਰੰਤ ਦੁੱਖ ਪਾਉਣਾ ਪੈਂਦਾ ਹੈ। ਇਸ ਕਰਕੇ ਇਹ ਦੁੱਖ ਦਿੰਦੇ ਹਨ ਜਿਹੜੇ ਵਿਕਾਰ ਹਨ ਅਤੇ ਜਿਹੜਾ ਕਾਲ ਕੰਟਕ ਹੈ। ਪਰ ਸਤਿਗੁਰੂ ਕਹਿੰਦੇ ਜਿੱਥੇ ਜਿਹੜੇ ਨਾਮ ਦੇ, ਜਿਹੜੇ ਜੀਵ ਨਾਮ ਦੇ ਅੰਦਰ ਲੱਗ ਗਏ, ਨਾਮ ਦੇ ਅੰਦਰ ਰਚ ਗਏ ਅਤੇ ਆਪਣਾ ਉਹਨਾਂ ਨੇ ਇਹ ਟੀਚਾ ਮਿਥ ਲਿਆ ਕਿ ਅਸੀਂ ਨਾਮ ਦੇ ਅੰਦਰ ਹੀ ਸਮਾਉਣਾ ਹੈ ਤੇ ਸਿਮਰਨ ਦੇ ਅੰਦਰ ਲੱਗ ਗਏ, ਸਤਿਗੁਰੂ ਫਰਮਾਉਂਦੇ ਤਹ ਸੁਖ ਹੋਆ, ਉੱਥੇ ਉਹਨਾਂ ਨੂੰ ਫਿਰ ਸਦੀਵੀ ਸੁਖ ਦੀ ਪ੍ਰਾਪਤੀ ਹੁੰਦੀ ਹੈ। ਤਿਤ ਘਰ ਅਨਹਦ ਵਾਜੇ। ਤਿਤ ਘਰ, ਉਹਨਾਂ ਦੇ ਹਿਰਦੇ ਘਰ ਦੇ ਅੰਦਰ ਫਿਰ ਅਨਹਦ ਵਾਜੇ, ਅਨਹਦ ਨਾਦ, ਅਨਹਦ ਵਾਜੇ ਵੱਜ ਉੱਠਦੇ ਹਨ। ਅਨਹਦ ਨਾਦ ਸੁਣਾਈ ਦੇਣ ਲੱਗ ਜਾਂਦਾ ਹੈ ਉਸ ਪਰਮੇਸ਼ਰ ਦਾ। ਸਦੀਵੀ ਰਾਸ, ਸਦੀਵੀ ਅਨਹਦ ਖੇੜਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਆਨੰਦ ਜਿਹੜਾ ਦੁਵੈਤ ਤੋਂ ਰਹਿਤ ਪਰਮੇਸ਼ਰ ਦੇ ਨਾਲ ਇਕਮਿਕਤਾ ਫਿਰ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ। ਕਿਹਨਾਂ ਨੂੰ? ਸੇ ਨਾਮ ਹਰਿ ਕੈ ਲਾਗੇ, ਜਿਹੜੇ ਉਸ ਪਰਮੇਸ਼ਰ ਦੇ ਨਾਮ ਸਿਮਰਨ ਦੇ ਕਾਰਜ ਵਿੱਚ ਲੱਗ ਗਏ। ਸਾਚੀ ਲਿਵੈ ਬਿਨ ਦੇਹ ਨਿਮਾਨੀ। ਇੱਥੇ ਸਾਰ ਸੰਗਤ 5 ਪੌੜੀਆਂ ਸੰਪੂਰਨ ਹੁੰਦੀਆਂ ਤੇ ਅੱਗੋਂ 6ਵੀਂ ਪੌੜੀ ਦਾ ਪ੍ਰਾਰੰਭ ਹੁੰਦਾ ਹੈ। ਸਾਚੀ ਲਿਵੈ ਬਿਨ,
ਸੱਚੀ ਜਿਹੜੀ ਪਰਮੇਸ਼ਰ ਦੀ ਲਿਵ ਹੈ, ਜਿਹੜਾ ਆਸਰਾ ਹੈ, ਉਸ ਪਰਮੇਸ਼ਰ ਦੇ ਆਸਰੇ ਤੋਂ ਬਿਨਾ ਲਿਵੈ ਬਿਨ, ਜਿਹੜੀ ਇਹ ਉਸ ਦੇ ਆਸਰੇ ਤੋਂ ਬਿਨਾ ਦੇਹ ਨਿਮਾਣੀ, ਜਿਹੜੀ ਇਹ ਦੇਹ ਹੈ ਨਾ, ਇਹ ਨਿਮਾਣੀ ਹੋ ਰਹੀ ਹੈ, ਇਹ ਮਾਣ ਤੋਂ ਰਹਿਤ ਹੋ ਰਹੀ ਹੈ, ਇਸ ਦਾ ਆਦਰ ਸਤਿਕਾਰ ਨਹੀਂ ਹੁੰਦਾ। ਇਹ ਜਿਹੜੀ ਦੇਹ ਹੈ, ਇਹ ਪਰਮੇਸ਼ਰ ਤੁਹਾਡੇ ਆਸਰੇ ਤੋਂ ਬਿਨਾ ਅਤੇ ਤੁਹਾਡੇ ਨਾਲ ਲਿਵ ਲੱਗੇ ਤੋਂ ਬਿਨਾ ਇਹ ਨਿਮਾਣੀ ਮਾਣ ਤੋਂ ਰਹਿਤ ਹੋ ਰਹੀ ਹੈ। ਦੇਹ ਨਿਮਾਣੀ ਲਿਵੈ ਬਾਝੋ, ਕਿਆ ਕਰੇ ਵਿਚਾਰੀ। ਵਿਚਾਰੀਆ ਦੇਹ ਨਿਮਾਣੀ ਲਿਵੈ ਬਾਝੋਂ, ਕਿ ਪਰਮੇਸ਼ਰ ਤੁਹਾਡੀ ਲਿਵ ਤੋਂ ਬਾਝੋਂ ਸਖਣੀ ਹੋ ਕਰਕੇ ਇਹ ਨਿਮਾਣੀ ਹੋ ਰਹੀ ਹੈ, ਮਾਣ ਤੋਂ ਰਹਿਤ, ਇਹਦਾ ਵਸ ਨਹੀਂ ਚੱਲ ਰਿਹਾ ਕਿਸੇ ਪ੍ਰਕਾਰ। ਕਿਆ ਕਰੇ ਵਿਚਾਰੀਆ, ਇਹ ਵਿਚਾਰੀ ਕੀ ਕਰੇ, ਇਹ ਸਵੈ ਸੱਤਾਹੀਣੀ ਹੈ, ਇਸ ਦੀ ਆਪੋ ਕੋਈ ਸੱਤਾ ਨਹੀਂ ਕਿ ਇਹ ਤੁਹਾਡੇ ਮਾਰਗ ਦੇ ਉੱਪਰ ਚੱਲ ਸਕੇ। ਤੁਸੀਂ ਸਤਿਗੁਰੂ ਕਿਰਪਾ ਕਰੋ, ਇਹ ਤੁਹਾਡੇ ਨਾਮ ਦੇ ਆਸਰੇ ਤੋਂ ਬਿਨਾ, ਤੁਹਾਡੇ ਨਾਲ ਲਿਵ ਲੱਗੇ ਤੋਂ ਬਿਨਾ ਇਹ ਮਾਣ ਤੋਂ ਰਹਿਤ ਹੋ ਰਹੀ ਹੈ ਵਿਚਾਰੀ। ਤੁਧ ਬਾਝ ਸਮਰਥ ਕੋਈ ਨਾਹੀ। ਤੁਧ ਬਾਝ ਸਮਰੱਥ, ਕਿ ਇਹ ਪਰਮੇਸ਼ਰ ਤੁਹਾਡੇ ਤੋਂ ਬਾਝ, ਤੁਹਾਡੇ ਤੋਂ ਬਿਨਾ ਸਮਰੱਥ ਕੋਈ ਨਹੀਂ, ਕੋਈ ਇਸ ਦੇ ਸਮਰੱਥ ਨਹੀਂ ਹੈ, ਇਸ ਨੂੰ ਬਾਹੋਂ ਫੜ ਕੇ ਤੋੜਨ ਦੇ ਸਮਰੱਥ ਨਹੀਂ ਹੈ, ਅਥਵਾ ਇਸ ਨੂੰ ਉਸ ਪਰਮੇਸ਼ਰ ਦੇ ਨਾਲ ਮਿਲਾਉਣ ਦੇ, ਤੁਹਾਡੇ ਅੰਦਰ ਇਕਮਿਕਤਾ ਤੇ ਆਨੰਦ ਦੀ ਪ੍ਰਾਪਤੀ ਕਰਾਉਣ ਦੇ ਹੋਰ ਕੋਈ ਸਮਰੱਥ ਨਹੀਂ ਹੈ। ਤੁਸੀਂ ਇਹ ਕਾਰਜ ਕਰਨ ਦੇ ਹਰ ਪ੍ਰਕਾਰ ਦੇ ਨਾਲ ਸਮਰੱਥ ਹੋ, ਕਿਰਪਾ ਕਰੋ। ਕਿਰਪਾ ਕਰ ਬਨਵਾਰੀਆ। ਬਨਵਾਰੀਆ, ਜਿਹੜਾ ਇਸ ਸੰਸਾਰ ਰੂਪੀ ਵਣ ਜੰਗਲ ਤੇ ਉਸ ਦਾ ਜੋ ਮਾਲਕ ਮਾਲੀ ਹੈ ਪਰਮੇਸ਼ਰ, ਕਿਰਪਾ ਕਰ ਤੂੰ ਕਿਰਪਾ ਕਰ ਸਾਡੇ ਤੇ, ਇਹ ਸਾਡੀ ਦੇਹ ਤੇ ਤਰਸ ਕਰਕੇ ਤੇ ਸਾਨੂੰ ਵੀ ਨਾਮ ਦਾ ਕਿਣਕਾ ਦੇ ਦੇ। ਇਸ ਨੋ ਹੋਰ ਥਾਉ ਨਾਹੀ। ਇਸ ਨੂੰ ਹੋਰ ਥਾਉ ਨਹੀਂ, ਇਸ ਦੇਹੀ ਨੂੰ ਹੋਰ ਕੋਈ ਵੀ ਥਾਂ ਨਹੀਂ, ਹੋਰ ਕਿਸੇ ਵੀ ਇਸ ਜੀਵ ਆਤਮਾ ਨੂੰ ਹੋਰ ਕਿਤੇ ਵੀ ਥਾਂ ਨਹੀਂ, ਕਿਸੇ ਜੋਨੀ ਦੇ ਅੰਦਰ ਥਾਂ ਨਹੀਂ ਮਿਲਣਾ। ਇਹ ਭਈ ਪ੍ਰਾਪਤ ਮਾਨੁਖ ਦੇਹੁਰੀਆ, ਇਹ ਦੇਹੁਰੀਆ ਮਨੁੱਖਾ ਪ੍ਰਾਪਤ ਹੋਈ ਤੇ ਇਸ ਦੇ ਵਿੱਚ ਹੀ ਤੁਸੀਂ ਸਤਿਗੁਰੂ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਦਵੋ। ਇਹ ਨਿਮਾਣੀ, ਇਹ ਦੇਹ ਜਿਹੜੀ ਹੈ ਇਹ ਨਿਮਾਣੀ ਹੋ ਰਹੀ ਹੈ, ਇਹ ਇਸ ਦਾ ਮਾਣ ਸਤਿਕਾਰ ਕਿਸੇ ਪ੍ਰਕਾਰ ਕਰਕੇ ਦਰਗਾਹ ਦੇ ਅੰਦਰ ਵੀ ਕੋਈ ਇਸ ਦਾ ਮਾਣ ਸਤਿਕਾਰ ਨਹੀਂ ਹੋਵੇਗਾ ਜੇਕਰ ਸਾਡੇ ਅੰਦਰ ਹਿਰਦੇ ਦੇ ਅੰਦਰ ਨਾਮ ਨਾ ਵਸਿਆ। ਸ਼ਬਦ ਲਾਗ ਸਵਾਰੀਆ। ਸ਼ਬਦ ਵਿੱਚ ਲਾ ਕਰਕੇ ਪਰਮੇਸ਼ਰ ਸਾਡੀ ਇਹ ਦੇਹ ਨੂੰ ਵੀ ਸਵਾਰਨਾ ਕਰੋ, ਅਥਵਾ ਹੇ ਜੀਵ ਸ਼ਬਦ ਲਾਗ ਸਵਾਰੀਆ, ਇਹ ਜਿਹੜੀ ਤੇਰੀ ਦੇਹ ਹੈ ਨਾ, ਇਸ ਨੂੰ ਹੋਰ ਥਾਉ ਨਹੀਂ, ਇਸ ਨੂੰ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ ਜਿੱਥੇ ਜਾ ਕਰਕੇ ਤੇ ਆਪਣੀ ਜਾਨ ਇਹ ਛੁਡਾ ਲਵੇ, ਇਹ ਮੁਕਤੀ ਦੀ ਦਾਤ ਹਾਸਲ ਕਰ ਲਵੇ, ਇਹ ਬੈਕੁੰਠ ਅਥਵਾ ਜੋ ਸੱਚਖੰਡ ਦੀ ਪ੍ਰਾਪਤੀ ਉਹ ਕਰ ਲਵੇ। ਇਸ ਨੂੰ ਹੋਰ ਕੋਈ ਥਾਂ ਟਿਕਾਣਾ ਨਹੀਂ ਹੈ, ਥਾਂ ਟਿਕਾਣਾ ਤਾਂ ਇੱਕੋ ਹੀ ਹੈ। ਕੀ ਕਰ ਸ਼ਬਦ ਲਾਗ ਸਵਾਰੀਆ, ਜਿਹੜਾ ਸ਼ਬਦ ਹੈ ਪਰਮੇਸ਼ਰ ਦਾ, ਇਹਦਾ ਤੂੰ ਆਸਰਾ ਤੱਕ ਤੇ ਇਸ ਦੇ ਨਾਲ ਲੱਗ ਕੇ ਤੇ ਆਪਦਾ ਆਪਾ ਸਵਾਰ ਲੈ, ਆਪਣਾ ਮਨ ਸਵਾਰ ਲੈ। ਮਨ ਸਵਰ ਗਿਆ ਤੇ ਤੇਰਾ ਇਹ ਸਰੀਰ ਵਿੱਚ ਆਇਆ ਸਰੀਰ ਮਿਲਿਆ ਵੀ ਤੇਰਾ ਸਫਲਾ ਹੋ ਜਾਵੇਗਾ। ਕਹਿ ਨਾਨਕ ਲਿਵੈ ਬਾਝੋ, ਕਿਆ ਕਰੇ ਵਿਚਾਰੀਆ। ਕਿਆ ਕਰੇ ਵਿਚਾਰੀਆ, ਕਹਿ ਨਾਨਕ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ, ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾ ਰਹੇ ਹਨ, ਲਿਵੈ ਬਾਝੋ, ਹੇ ਪਰਮੇਸ਼ਰ ਤੁਹਾਡੀ ਲਿਵ ਤੋਂ ਬਿਨਾ, ਲਿਵ ਲੱਗੀ ਤੋਂ ਸਖਣੀ ਇਹ ਜਿਹੜੀ ਦੇਹ, ਕਿਆ ਕਰੇ ਵਿਚਾਰੀਏ, ਇਹ ਵਿਚਾਰੀ ਕੀ ਕਰੇ, ਇਸ ਦਾ ਕੋਈ ਥਾਂ ਟਿਕਾਣਾ ਨਹੀਂ, ਇਸ ਦਾ ਕੋਈ ਆਸਰਾ ਨਹੀਂ, ਇਹ ਵਿਚਾਰੀ ਕੀ ਕਰੇ। ਸਾਧ ਸੰਗਤ, ਇਹ ਜਿਹੜੀ ਲਿਵ ਹੈ ਨਾ, ਜਿਸ ਸਮੇਂ ਜੀਵ ਮਾਤਾ ਦੇ ਗਰਭ ਦੇ ਅੰਦਰ ਹੁੰਦਾ ਹੈ, ਇਸ ਦੀ ਜਿਹੜੀ ਲਿਵ ਉਹ ਪਰਮੇਸ਼ਰ ਦੇ ਨਾਲ ਲੱਗੀ ਹੁੰਦੀ ਹੈ, ਤੇ ਜਦੋਂ ਹੋ ਜਾਂਦਾ ਹੈ ਜਨਮ, ਫਿਰ ਸਤਿਗੁਰੂ ਫਰਮਾਉਂਦੇ ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਸ ਸਮੇਂ ਇਹਦੀ ਲਿਵ ਛੁੜਕ ਜਾਂਦੀ ਹੈ, ਟੁੱਟ ਜਾਂਦੀ ਹੈ ਪਰਮੇਸ਼ਰ ਨਾਲੋਂ, ਤੇ ਲੱਗੀ ਤ੍ਰਿਸ਼ਨਾ, ਫਿਰ ਇਹ ਤ੍ਰਿਸ਼ਨਾ ਲੱਗ ਜਾਂਦੀ ਹੈ ਇਸ ਨੂੰ, ਤੇ ਮਾਇਆ ਅਮਰ ਵਰਤਾਇਆ, ਜਿਹੜੀ ਮਾਇਆ ਹੈ ਫਿਰ ਆਪਦਾ ਪ੍ਰਭਾਵ ਇਹ 'ਤੇ ਵਰਤਾ ਦਿੰਦੀ ਹੈ, ਪਾ ਦਿੰਦੀ ਹੈ। ਜਿਸ ਮਾਇਆ ਦੇ ਕਾਰਨ ਕਰਕੇ ਇਹ ਫਿਰ ਇਹ ਸਾਰੀ ਜ਼ਿੰਦਗੀ ਇਹ ਭਰਮਦਾ ਫਿਰਦਾ ਹੈ ਸੰਸਾਰੀ ਕਾਰਜਾਂ ਦੇ ਅੰਦਰ, ਫਿਰ ਇਹਦੀ ਲਿਵ ਕਿਸੇ ਪ੍ਰਕਾਰ ਕਰਕੇ ਵੀ ਪਰਮੇਸ਼ਰ ਨਾਲ ਨਹੀਂ ਜੁੜ ਸਕਦੀ। ਇਹ ਲਿਵ ਤਾਂ ਹੀ ਜੁੜੇਗੀ ਜੇਕਰ ਸਤਿਗੁਰੂ ਕਿਰਪਾ ਕਰਨ। ਕਿਰਪਾ ਕਰ ਬਨਵਾਰੀਆ, ਇਸ ਨਾ ਹੋਰ ਥਾਉ ਨਹੀਂ, ਅਸੀਂ ਤਾਂ ਸਾਡੇ ਪਾਸ ਕੋਈ ਵੀ ਥਾਂ ਟਿਕਾਣਾ, ਕੋਈ ਆਸਰਾ ਨਹੀਂ ਜਿਹਦੇ ਪਾਸੋਂ ਅਸੀਂ ਲਿਵ ਲਗਵਾ ਲਈਏ। ਲਿਵ ਲੱਗਣੀ ਹੈ ਤਾਂ ਕੇਵਲ ਸ਼ਬਦ ਲਾਗ ਸਵਾਰੀਆ, ਪਰਮੇਸ਼ਰ ਦੇ ਸ਼ਬਦ ਦੇ ਨਾਲ ਲੱਗ ਕੇ ਹੀ ਇਹ ਲਿਵ ਜਿਹੜੀ ਹੈ ਨਾ ਇਹ ਲੱਗਣੀ ਹੈ। ਮਨ ਮੇਰੇ ਹਰ ਹਰ ਨਿਰਮਲ ਧਿਆਏ, ਧੁਰ ਮਸਤਕ ਜਿਨ ਕਉ ਲਿਖਿਆ, ਸੇ ਗੁਰਮੁਖ ਰਹੇ ਲਿਵ ਲਾਏ। ਜਿਨ੍ਹਾਂ ਨੂੰ ਧੁਰ ਤੋਂ ਹੀ ਮਸਤਕ ਤੇ ਲਿਖ ਦਿੱਤਾ ਹੈ ਸਤਿਗੁਰਾਂ ਨੇ, ਉਹੀ ਇਹ ਲਿਵ ਦੇ ਅੰਦਰ ਇਹ ਜਨਮ ਤੋਂ ਬਾਅਦ ਵੀ
ਜਿਹੜੀ ਹੈ ਉਹਨਾਂ ਦੀ ਲਿਵ ਲੱਗੀ ਹੀ ਰਹਿੰਦੀ ਹੈ। ਜਿਸ ਸਮੇਂ ਆਪਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਜੀਵਨ ਵਾਚਿਆ ਨਾ, ਤੇ ਉਸ ਦੇ ਅੰਦਰ ਸਤਿਗੁਰੂ ਕਹਿੰਦੇ, ਸਤਿਗੁਰਾਂ ਨੇ ਫਰਮਾਇਆ ਸੀ ਬਚਿੱਤਰ ਨਾਟਕ ਦੇ ਅੰਦਰ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਚੇਤਨਾ ਭਇਓ ਹਮਰੋ ਆਵਨ ਕਹਿ, ਚੁਬੀ ਰਹੀ ਸੁਤ ਪ੍ਰਭ ਚਰਨਨ ਮਹਿ, ਕਿ ਸਾਡਾ ਇਸ ਸੰਸਾਰ ਦੇ ਅੰਦਰ ਆਉਣ ਦਾ ਚਿੱਤ ਨਹੀਂ ਸੀ, ਪਰ ਪਰਮੇਸ਼ਰ ਦੇ ਕੀਤੇ ਹੋਏ ਹੁਕਮ ਨੂੰ ਮੰਨਦੇ ਹੋਏ ਸਾਨੂੰ ਇਸ ਸੰਸਾਰ ਦੇ ਅੰਦਰ ਆਉਣਾ ਪਿਆ। ਪਰ ਇਸ ਸੰਸਾਰ ਦੇ ਅੰਦਰ ਆਣ ਕਰਕੇ ਵੀ ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ, ਸਾਡੀ ਸੁਰਤੀ ਜਿਹੜੀ ਸੀ ਉਹ ਚੁਬੀ ਹੀ ਰਹੀ, ਪਰਮੇਸ਼ਰ ਨਾਲ ਲੱਗੀ ਹੀ ਰਹੀ, ਲਿਵ ਸਾਡੀ ਛੁੜਕੀ ਨਹੀਂ। ਜਿਹੜੀ ਜੀਵਾਂ ਦਾ ਹਾਲਤ ਹੁੰਦੀ ਹੈ ਨਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਉਹ ਸਤਿਗੁਰੂ ਕਹਿੰਦੇ ਸਾਡੀ ਹਾਲਤ ਨਹੀਂ ਸੀ ਹੋਈ, ਕਿਉਂਕਿ ਉਹ ਤਾਂ ਪਰਮੇਸ਼ਰ ਆਪ ਪਾਰ ਬ੍ਰਹਮ ਸੀ। ਤੇ ਇਸੇ ਪ੍ਰਕਾਰ ਨਾਲ ਸਤਿਗੁਰੂ ਫਰਮਾਉਂਦੇ ਹਨ ਇੱਥੇ ਕਿ ਕਹਿ ਨਾਨਕ ਲਿਵੈ ਬਾਝੋ ਹੋ, ਕਿਆ ਕਰੇ ਵਿਚਾਰੀਆ, ਕਿ ਇਸ ਲਿਵ ਇਸ ਦੀ ਛੁਟਕ ਗਈ ਹੈ, ਜਨਮ ਹੋਇਆ ਹੈ ਇਸ ਦਾ, ਤੇ ਲਿਵ ਇਹ ਲੱਗੀ ਤੋਂ ਬਿਨਾਂ ਹੀ ਕੀ ਕਰੇ ਵਿਚਾਰੀ। ਤੇ ਇਹ ਬਖਸ਼ਿਸ਼ ਤਾਂ ਸਤਿਗੁਰਾਂ ਦੀ ਹੀ ਵਰਤਣੀ ਹੈ, ਤੁਧ ਬਾਝ ਸਮਰੱਥ ਕੋਈ ਨਹੀਂ। ਸਤਿਗੁਰੂ ਸਾਡੇ ਤੇ ਕਿਰਪਾ ਕਰੋ। ਬਚਨ ਆਉਂਦਾ ਹੈ ਅੱਗੇ ਵੀ, ਇਸ ਦੇ ਅੰਦਰ ਆਵੇਗਾ ਨਾ, ਲਿਵ ਛੁੜਕੀ ਲੱਗੀ ਤ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਕਹੈ ਨਾਨਕ ਗੁਰ ਪ੍ਰਸਾਦੀ ਜਿਨਾ ਲਿਵ ਲਾਗੀ। ਸਤਿਗੁਰੂ ਫਰਮਾਉਣਗੇ ਇਸ ਆਨੰਦ ਸਾਹਿਬ ਗੁਰਬਾਣੀ ਅੰਦਰ ਕਿ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ। ਫਿਰ ਜਿਨ੍ਹਾਂ ਨੂੰ ਗੁਰ ਪ੍ਰਸਾਦੀ ਸਤਿਗੁਰਾਂ ਦੀ ਕਿਰਪਾ ਸਦਕਾ ਇਹ ਲਿਵ ਲੱਗ ਜਾਵੇਗੀ ਨਾ, ਫਿਰ ਉਹਨਾਂ ਨੇ ਵਿੱਚੇ ਮਾਇਆ ਪਾਇਆ, ਉਹ ਮਾਇਆ ਦੇ ਅੰਦਰ ਰਹਿੰਦੇ ਹੋਏ ਵੀ ਪਾਇਆ ਉਸ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਣਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਫਰਮਾਉਂਦੇ ਹਨ ਨਾ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਹੀ ਮਾਹੇ ਉਦਾਸਾ, ਤੂੰ ਘਰ ਦੇ ਅੰਦਰ ਹੀ ਉਦਾਸ ਹੋ ਕਰਕੇ, ਇਹ ਮਾਇਆ ਤੋਂ ਉਦਾਸ ਹੋ ਕਰਕੇ ਤੇ ਵਿਚਰਨਾ ਕਰ, ਇੱਥੇ ਹੀ ਘਰ ਦੇ ਅੰਦਰ ਹੀ ਤੂੰ ਸੰਨਿਆਸ ਪ੍ਰਾਪਤ ਕਰ, ਫਿਰ ਤੂੰ ਪਰਮੇਸ਼ਰ ਦੀ ਪ੍ਰਾਪਤੀ ਕਰ ਸਕੇਗਾ। ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨੀ ਵਿੱਚੇ ਮਾਇਆ ਪਾਇਆ, ਇਹ ਜਿਨ੍ਹਾਂ ਨੂੰ ਲਿਵ ਲੱਗ ਜਾਵੇ ਨਾ, ਫਿਰ ਪਰਮੇਸ਼ਰ ਦੀ ਕਿਰਪਾ ਸਦਕਾ ਉਹੀ ਆਪਣੇ ਗ੍ਰਹਿ ਦੇ ਅੰਦਰ ਰਹਿੰਦੇ ਹੋਏ, ਇਸ ਮਾਇਆ ਦੇ ਅੰਦਰ ਰਹਿੰਦੇ ਹੋਏ ਵੀ ਪਰਮੇਸ਼ਰ ਨੂੰ ਪ੍ਰਾਪਤ ਕਰ ਲੈਂਦੇ ਹਨ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਆਨੰਦ ਸਤਿਗੁਰੂ ਫਰਮਾਉਂਦੇ ਕਿ ਸਾਰੇ ਹੀ ਜੀਵ ਮੁਖੋਂ ਇਹ ਉਚਾਰ ਰਹੇ ਹਨ ਕਿ ਫਲਾਣਾ ਭੋਜਨ ਛਕ ਕਰਕੇ ਆਨੰਦ ਆਨੰਦ ਬੜਾ ਆਨੰਦ ਪ੍ਰਾਪਤ ਹੋਇਆ, ਅਥਵਾ ਕੋਈ ਕੱਪੜੇ ਪਹਿਨ ਕਰਕੇ ਹਾਂ ਬੜੇ ਸੁੰਦਰ ਕੱਪੜੇ ਬੜਾ ਆਨੰਦ ਪ੍ਰਾਪਤ ਹੋਇਆ, ਕਿਤੇ ਸਫ਼ਰ ਤੇ ਗਏ ਕੋਈ ਉਹਨਾਂ ਨੂੰ ਉਖਾਲਾ ਨਹੀਂ ਹੋਇਆ, ਸਫ਼ਰ ਸੌਖਾ ਲੰਘ ਗਿਆ, ਕਾਰਾਂ ਚੰਗੀਆਂ ਸਨ ਤਾਂ ਕਹਿਣਗੇ ਬੜਾ ਆਨੰਦ ਆਇਆ ਸਫ਼ਰ ਦੇ ਅੰਦਰ। ਪਰ ਕਿੱਥੇ ਗਿਆ ਉਹ ਆਨੰਦ ਜਿਸ ਸਮੇਂ ਦੁਬਾਰਾ ਫਿਰ ਭੁੱਖ ਲੱਗ ਗਈ, ਕਿੱਥੇ ਗਿਆ ਉਹ ਆਨੰਦ ਜਿਸ ਸਮੇਂ ਇਹ ਕੱਪੜੇ ਪਾਟ ਗਏ। ਸਤਿਗੁਰੂ ਫਰਮਾਉਂਦੇ ਇਹ ਆਨੰਦ ਨਹੀਂ, ਆਨੰਦ ਆਨੰਦ ਸਭ ਕੋ ਕਹੈ, ਸਾਰੇ ਹੀ ਮੁਖੋਂ ਆਨੰਦ ਆਨੰਦ ਉਚਾਰੀ ਜਾ ਰਹੇ ਹਨ। ਆਨੰਦ ਗੁਰੂ ਤੇ ਜਾਣਿਆ, ਪਰ ਸਤਿਗੁਰੂ ਫਰਮਾਉਂਦੇ ਆਨੰਦ ਗੁਰੂ ਤੇ ਜਾਣਿਆ। ਜਿਹੜਾ ਆਨੰਦ ਦਵੈਤ ਤੋਂ ਨਾਸ ਹੋ ਕਰਕੇ ਇੱਕ ਮਿਕਤਾ ਦਾ ਜਿਹੜਾ ਆਨੰਦ ਸੁਖ ਹੈ ਨਾ, ਉਹ ਤਾਂ ਗੁਰੂ ਪਾਸੋਂ ਹੀ ਪ੍ਰਾਪਤ ਹੋਵੇਗਾ। ਗੁਰੂ ਤੇ ਜਾਣਿਆ, ਸੱਚੇ ਸਤਿਗੁਰਾਂ ਪਾਸੋਂ ਹੀ ਆਨੰਦ ਦੀ ਪ੍ਰਾਪਤੀ ਹੋਵੇਗੀ। ਜਾਣਿਆ ਆਨੰਦ ਸਦਾ ਗੁਰ ਤੇ, ਜਾਣਿਆ ਆਨੰਦ, ਇਹ ਜਿਹੜਾ ਸਦਾ ਆਨੰਦ ਹੈ ਨਾ, ਸਦਾ ਆਨੰਦ ਦੇ ਅੰਦਰ ਰਹਿਣਾ, ਸਦੀਵੀ ਸੁਖ ਜਿਹਨੂੰ ਕਹਿੰਦੇ ਹਨ। ਤੇ ਆਨੰਦ ਭਾਵ ਦਵੈਤ ਤੋਂ ਰਹਿਤ, ਆਨੰਦ ਦਵੈਤ ਤੋਂ ਰਹਿਤ, ਜਿਹੜੀ ਇੱਕ ਮਿਕਤਾ ਇੱਕ ਸਾਰਤਾ ਪਰਮੇਸ਼ਰ ਦੇ ਨਾਲ ਹੋ ਜਾਣੀ, ਇਹ ਸਦਾ ਇੱਕ ਸਾਰਤਾ ਸਦਾ ਆਨੰਦ ਜਿਹੜਾ ਹੈ ਜਾਣਿਆ, ਉਹ ਜਾਣਿਆ ਉਹ ਗੁਰ ਤੇ ਗੁਰੂ ਪਾਸੋਂ ਹੀ ਇਹ ਜਾਣਿਆ ਜਾਂਦਾ ਹੈ। ਇਹ ਦਾਤ ਜਿਹੜੀ ਸਦਾ ਆਨੰਦ ਦੀ ਦਾਤ ਸਤਿਗੁਰਾਂ ਪਾਸੋਂ ਹੀ ਪ੍ਰਾਪਤ ਹੁੰਦੀ ਹੈ। ਕਿਰਪਾ ਕਰੇ ਪਿਆਰਿਆ, ਕਿਰਪਾ ਕਰੇ ਜਿਨ੍ਹਾਂ ਦੇ ਉੱਪਰ ਇਹ ਪਿਆਰਿਆ, ਇਹ ਪਿਆਰੇ ਸਤਸੰਗੀ ਜੀਵ ਕਿਰਪਾ ਕਰੇ ਜਿਨ੍ਹਾਂ ਦੇ ਉੱਪਰ ਪਰਮੇਸ਼ਰ ਜੋ ਪਿਆਰਾ ਸਭਨਾ ਕਾ ਪਿਆਰਾ ਪਰਮੇਸ਼ਰ ਕਿਰਪਾ ਕਰ ਦੇਵੇ, ਉਹਨਾਂ ਨੂੰ ਹੀ ਇਹ ਸਦਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਕਰ ਕਿਰਪਾ ਕਿਲ ਵਿਖ ਕਟੇ, ਜਿਨ੍ਹਾਂ ਦੇ ਉੱਪਰ ਫਿਰ ਪਰਮੇਸ਼ਰ ਸਤਿਗੁਰੂ ਕਿਰਪਾ ਕਰ ਦੇਵੇ, ਕਿਉਂਕਿ ਸਤਿਗੁਰਾਂ ਪਾਸੋਂ ਇਹ ਆਨੰਦ ਪ੍ਰਾਪਤ ਹੁੰਦਾ ਹੈ ਨਾ। ਤੇ ਜਿਨ੍ਹਾਂ ਤੇ ਸਤਿਗੁਰੂ ਕਿਰਪਾ ਕਰ ਦੇਣ ਤੇ ਇਹ ਦਾਤ ਉਹਨਾਂ ਨੂੰ ਬਖਸ਼ਿਸ਼ ਕਰ ਦੇਣ ਆਨੰਦ ਦੀ, ਜਿਨ੍ਹਾਂ ਨੂੰ ਇਹ ਦਾਤ ਬਖਸ਼ਿਸ਼ ਕਰ ਦੇਣ, ਕਰ ਕਿਰਪਾ ਕਿਲ ਵਿਖ ਕੱਟੇ, ਫਿਰ ਉਹਨਾਂ ਦੇ ਜਿਹੜੇ ਕਿਲ ਵਿਖ ਹਨ, ਦੁੱਖ ਹਨਣਾ, ਦੁਖੀ ਕਰਨ ਵਾਲੇ ਜਿਹੜੇ ਕਸ਼ਟ ਹਨ, ਕਿਲ ਵਿਖ ਕੱਟੇ, ਉਹਨਾਂ ਦੇ ਕੱਟੇ ਜਾਂਦੇ ਹਨ ਜਿਨ੍ਹਾਂ ਤੇ ਸਤਿਗੁਰੂ ਆਨੰਦ ਦੀ ਸਦਾ ਆਨੰਦ ਦੀ ਦਾਤ ਜਿਨ੍ਹਾਂ ਨੂੰ ਦੇ ਦੇਣ। ਗਿਆਨ ਅੰਜਨ ਸਾਰਿਆ, ਅਤੇ ਫਿਰ ਬਖਸ਼ਿਸ਼ ਕਰਕੇ ਸਤਿਗੁਰੂ ਗਿਆਨ ਅੰਜਨ, ਜਿਹੜਾ ਗਿਆਨ ਦਾ ਸੁਰਮਾ ਹੈ,
ਮਨ ਬੁੱਧ ਰੂਪੀ ਅੱਖਾਂ ਦੇ ਅੰਦਰ ਜੁਗਤੀ ਰੂਪ ਸਲਾਈਆਂ ਦੇ ਨਾਲ ਫਿਰ ਸਤਿਗੁਰੂ ਕਿਰਪਾ ਕਰਕੇ ਉਹਨਾਂ ਨੂੰ ਗਿਆਨ ਦਾ ਸੁਰਮਾ ਲਗਾ ਦਿੰਦੇ ਹਨ। ਜਿਸ ਸਮੇਂ ਪਰਮੇਸ਼ਰ ਦਾ ਗਿਆਨ ਹੋ ਜਾਵੇ, ਇਹ ਗਿਆਨ ਦੇ ਮਨੁੱਖ ਦੋ ਕਾਰਨਾਂ ਕਰਕੇ ਹੀ ਪਰਮੇਸ਼ਰ ਦੇ ਰਾਹ ਤੇ ਤੁਰਦਾ ਹੈ। ਗਿਆਨੀ ਸੰਤ ਸਿੰਘ ਜੀ ਮਸਕੀਨ ਦੱਸਿਆ ਕਰਦੇ ਸਨ ਕਿ ਇੱਕ ਤਾਂ ਪਰਮੇਸ਼ਰ ਦੇ ਗਿਆਨ ਕਰਕੇ ਜਿਹੜੇ ਜੀਵ ਹਨ ਉਹ ਤੁਰਦੇ ਹਨ ਪਰਮੇਸ਼ਰ ਦੇ ਰਾਹ ਤੇ ਦੂਸਰਾ ਦੁੱਖ ਦੀ ਚੋਟ ਕਰਕੇ, ਕਿਸੇ ਪਾਸਿਓਂ ਦੁੱਖ ਲੱਗਾ, ਵੈਰਾਗ ਆ ਗਿਆ ਤੇ ਪਰਮੇਸ਼ਰ ਦੇ ਵੱਲ ਤੁਰ ਪੈਂਦੇ ਹਨ, ਤੇ ਜਾਂ ਉਸ ਪਰਮੇਸ਼ਰ ਦਾ ਗਿਆਨ ਹਾਸਲ ਹੋ ਗਿਆ ਕਿ ਇਤਨਾ ਸ੍ਰੇਸ਼ਟ ਪਰਮੇਸ਼ਰ, ਤੇ ਉਸ ਦੇ ਮਾਰਗ ਤੇ ਤੁਰਿਆ ਜਾ ਸਕਦਾ ਹੈ। ਇੱਥੇ ਸਤਿਗੁਰੂ ਫਰਮਾਉਂਦੇ ਹਨ, ਗਿਆਨ ਅੰਜਨ ਸਾਰਿਆ। ਫਿਰ ਸਤਿਗੁਰਾਂ ਨੇ ਕਿਰਪਾ ਕਰਕੇ ਜਿਨ੍ਹਾਂ ਦੀ ਬੁੱਧ ਦੇ ਅੰਦਰ ਬੁੱਧ ਰੂਪੀ ਅੱਖਾਂ 'ਚ ਗਿਆਨ ਦਾ ਸੁਰਮਾ ਪਾ ਦਿੱਤਾ, ਜਿਨ੍ਹਾਂ ਨੂੰ ਪਰਮੇਸ਼ਰ ਦਾ ਗਿਆਨ ਬਖਸ਼ਿਸ਼ ਕਰ ਦਿੱਤਾ ਸਤਿਗੁਰਾਂ ਨੇ, ਤੇ ਉਹ ਫਿਰ ਉਹਨਾਂ ਦੇ ਕਿਲ ਵਿਖ ਕੱਟੇ ਜਾਂਦੇ ਹਨ। ਉਹ ਫਿਰ ਇਹ ਪਰਮੇਸ਼ਰ ਦੇ ਮਾਰਗ ਤੇ ਚੱਲਣ ਲੱਗ ਪੈਂਦੇ ਹਨ, ਤੇ ਫਿਰ ਉਹਨਾਂ ਦੀ ਲਿਵ ਇਸ ਪ੍ਰਕਾਰ ਲੱਗ ਜਾਂਦੀ ਹੈ। ਅੰਦਰ ਹੋ ਜਿਨ ਕਾ ਮੋਹ ਟੂਟਾ। ਸਤਿਗੁਰੂ ਫਰਮਾਉਂਦੇ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਗਿਆ, ਮਾਇਆ ਦੇ ਨਾਲੋਂ ਮੋਹ ਟੁੱਟ ਗਿਆ, ਜਿਨ੍ਹਾਂ ਦਾ ਮਾਇਆ ਦੇ ਅਤੇ ਪਦਾਰਥਾਂ ਦੇ ਨਾਲੋਂ ਮੋਹ ਟੁੱਟ ਗਿਆ, ਸੰਸਾਰ ਦੇ ਨਾਲੋਂ ਮੋਹ ਟੁੱਟ ਗਿਆ ਜਿਨ੍ਹਾਂ ਦਾ, ਤਿਨ ਕਾ ਸ਼ਬਦ ਸਚੈ ਸਵਾਰਿਆ। ਉਹਨਾਂ ਦਾ ਫਿਰ ਸ਼ਬਦ ਸੱਚੇ ਸ਼ਬਦ ਨੇ ਹੀ ਸਵਾਰਣਾ ਕੀਤਾ ਹੈ ਕਾਰਜ। ਜਿਹੜਾ ਪਰਮਾਰਥ ਦਾ ਕਾਰਜ ਹੈ ਨਾ, ਉਹ ਫਿਰ ਸੱਚਾ ਸ਼ਬਦ ਜਿਹੜਾ ਪਰਮੇਸ਼ਰ ਦਾ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਹੈ, ਉਹ ਪਰਮੇਸ਼ਰ ਦਾ ਸਿਮਰਨ ਕਰਨਾ, ਉਹ ਇਹ ਪਰਮਾਰਥ ਦਾ ਕਾਰਜ ਇਹ ਸਵਾਰ ਦਿੰਦਾ ਹੈ। ਉਦੋਂ ਹੀ ਸਵਾਰਦਾ ਹੈ ਜਦੋਂ ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਹਿਰਦੇ ਦੇ ਵਿੱਚੋਂ ਮਾਇਆ ਦਾ ਮੋਹ ਟੁੱਟ ਜਾਵੇ, ਪਰਿਵਾਰ ਸੰਸਾਰ ਦਾ ਮੋਹ ਟੁੱਟ ਜਾਵੇ। ਇਹ ਜਿਹੜਾ ਮੋਹ ਹੈ ਨਾ, ਸਤਿਗੁਰਾਂ ਨੇ ਫਰਮਾਇਆ ਕਿ ਇਹ ਸੰਤ ਜਨ ਫਿਰ ਜੁਗਤੀਆਂ ਦੱਸਦੇ ਹੁੰਦੇ ਹਨ ਕਿ ਇਹ ਮੋਹ ਨੂੰ ਕਿਵੇਂ ਰੱਖਣਾ ਹੈ ਪਰਿਵਾਰ ਦੇ ਨੂੰ, ਕਿ ਜਿਹੜਾ ਮੋਹ ਹੈ ਪਰਿਵਾਰ ਦਾ ਅਤੇ ਸੰਸਾਰ ਦਾ, ਇਸ ਨੂੰ ਰਿਸ਼ਕਵੀਂ ਗੰਢ ਪਾਉਣੀ ਹੈ, ਗੰਢ ਪੀਚ ਕੇ ਨਹੀਂ ਪਾਉਣੀ, ਕਿ ਜੇ ਸਮਾਂ ਆਵੇ ਤਾਂ ਇਹ ਗੰਢ ਝਟਪਟ ਹੀ ਖੋਲ ਕਰਕੇ ਤੇ ਪਰਮੇਸ਼ਰ ਦੇ ਮਾਰਗ ਤੇ ਚੱਲ ਪਵੋ, ਸ਼ਹੀਦੀਆਂ ਪ੍ਰਾਪਤ ਕਰ ਲਵੋ। ਅਥਵਾ ਜੇਕਰ ਕੋਈ ਸਰੀਰ ਚੜ੍ਹਾਈ ਕਰ ਜਾਵੇ ਰਿਸ਼ਤੇਦਾਰ, ਤਾਂ ਉਹ ਮੋਹ ਦੀ ਗੰਢ ਰਿਸ਼ਕਵੀਂ ਹੋਵੇ ਤਾਂ ਆਪਾਂ ਖੋਲ ਕਰਕੇ ਤੇ ਪਰਮੇਸ਼ਰ ਦੇ ਆਨੰਦ ਵਿੱਚ ਸਦਾ ਰਹਿ ਸਕਦਾ ਹੈ ਜੀਵ। ਪਰ ਜੇਕਰ ਸਾਧ ਸੰਗਤ ਉਹ ਗੰਢ ਪੀਚੀ ਜਾਵੇ ਨਾ, ਇਹ ਫਿਰ ਉਹ ਪੀਚੀ ਗਈ ਫਿਰ ਖੁੱਲਦੀ ਨਹੀਂ, ਤੇ ਉਹ ਟੁੱਟਣੀ ਤਾਂ ਹੈ ਹੀ। ਫਿਰ ਜਦੋਂ ਜੀਵ ਚੜ੍ਹਾਈ ਕਰ ਗਿਆ ਉਹ ਖੁੱਲੀ ਨਾ, ਤੇ ਜਦੋਂ ਟੁੱਟੀ ਫਿਰ ਟੁੱਟੀ ਦਾ ਦਰਦ ਬੜਾ ਹੁੰਦਾ ਹੈ। ਤਾਂ ਹੀ ਫਿਰ ਇਹ ਧਾਹਾਂ ਮਾਰ ਕੇ ਰੋਣਾ ਪਿੱਟ ਸਿਆਪਾ ਹੁੰਦਾ ਹੈ ਨਾ, ਕਿਉਂਕਿ ਇਹ ਮੋਹ ਦੀ ਗੰਢ ਜਿਹੜੀ ਇਹ ਪੀਚੀ ਗਈ ਹੈ ਉਹਨਾਂ ਦੀ, ਉਹ ਖੁੱਲਦੀ ਨਹੀਂ ਤਾਂ ਟੁੱਟ ਜਾਂਦੀ ਹੈ, ਤਾਂ ਦਰਦ ਹੁੰਦਾ ਹੈ। ਸਤਿਗੁਰੂ ਫਰਮਾਉਂਦੇ, ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਦਾ ਅੰਦਰੋਂ ਮੋਹ ਟੁੱਟ ਗਿਆ ਤੇ ਉਹਨਾਂ ਨੇ ਰਿਸ਼ਕਵੀਂ ਗੰਢ ਹੀ ਸੰਸਾਰ ਦੇ ਨਾਲ ਰੱਖੀ। ਜਿਹੜੀ ਗੰਢ ਪੀਚ ਕੇ ਉਹ ਤਾਂ ਪਰਮੇਸ਼ਰ ਦੇ ਪ੍ਰੇਮ ਦੇ ਨਾਲ ਹੀ ਉਹਨਾਂ ਨੇ ਪੀਚੀ ਹੈ ਗੰਢ, ਤੇ ਉਸ ਦਾ ਹੀ ਉਹਨਾਂ ਨੂੰ ਡਰ ਪਾ ਹੁੰਦਾ ਹੈ ਕਿਤੇ ਉਹ ਗੰਢ ਨਾ ਖੁੱਲ ਜਾਵੇ। ਸੰਸਾਰ ਦੀ ਗੰਢ ਤਾਂ ਉਹ ਆਪ ਹੀ ਖੋਲ ਕਰਕੇ ਤੇ ਪਰਮੇਸ਼ਰ ਦੇ ਰਾਹ ਤੇ ਤੁਰਦੇ ਹਨ। ਅੰਦਰੋਂ ਜਿਨ ਕਾ ਮੋਹ ਟੁੱਟਾ, ਜਿਨ੍ਹਾਂ ਨੇ ਇਸ ਪ੍ਰਕਾਰ ਸੰਸਾਰ ਦਾ ਤੇ ਮਾਇਆ ਦਾ ਮੋਹ ਤਿਆਗ ਦਿੱਤਾ, ਤਿਨ ਕਾ ਸ਼ਬਦ ਸੱਚਾ ਸਵਾਰਿਆ। ਫਿਰ ਉਹਨਾਂ ਦਾ ਕੀਤਾ ਹੋਇਆ ਸਿਮਰਨ, ਪੜ੍ਹਿਆ ਹੋਇਆ ਪਾਠ ਸ਼ਬਦ ਜਿਹੜਾ ਸਤਿਗੁਰਾਂ ਦਾ, ਉਹ ਸਵਾਰ ਦਿੰਦਾ ਹੈ ਉਹਨਾਂ ਦੇ ਪਰਮਾਰਥ ਦੇ ਕਾਰਜ। ਪਰਮੇਸ਼ਰ ਦੇ ਨਾਲ ਇੱਕ ਮਿਕਤਾ ਉਹਨਾਂ ਨੂੰ ਸਦੀਵੀ ਆਨੰਦ ਪ੍ਰਾਪਤ ਹੋ ਜਾਂਦਾ ਹੈ। ਕਹਿ ਨਾਨਕ ਇਹੋ ਆਨੰਦ ਹੈ। ਸਤਿਗੁਰ ਫਰਮਾਉਂਦੇ, ਇਹੀ ਆਨੰਦ ਹੈ। ਕਹਿ ਨਾਨਕ ਇਹੋ ਆਨੰਦ ਹੈ, ਇਹੀ ਸਦੀਵੀ ਆਨੰਦ ਹੈ ਕਿ ਪਰਮੇਸ਼ਰ ਦੇ ਨਾਲ ਦਵੈਤ ਤੋਂ ਰਹਿਤ ਹੋ ਕਰਕੇ ਤੇ ਇੱਕ ਮਿਕਤਾ ਹਾਸਲ ਹੋ ਜਾਣੀ, ਇਹੀ ਸਦਾ ਆਨੰਦ ਹੈ। ਆਨੰਦ ਗੁਰ ਤੇ ਜਾਣਿਆ। ਇਹ ਗੁਰੂ ਪਾਸੋਂ ਹੀ, ਸਤਿਗੁਰਾਂ ਪਾਸੋਂ ਹੀ ਜਾਣਿਆ ਜਾਂਦਾ ਹੈ, ਪ੍ਰਾਪਤ ਹੁੰਦਾ ਹੈ। ਆਪੋਂ ਕੋਈ ਨਹੀਂ ਪ੍ਰਾਪਤ ਕਰ ਸਕਦਾ। ਸਾਧ ਸੰਗਤ, ਕਿਤਨੇ ਜੀਵ ਸੰਸਾਰ ਦੇ ਅੰਦਰ ਹਨ, ਪਰ ਕਿਤਨੇ ਗੁਰੂ ਦੇ ਘਰ ਦੇ ਨਾਲ ਜੁੜਦੇ ਹਨ, ਸਤਿਗੁਰਾਂ ਦੇ ਨਾਲ ਤੇ ਪਰਮੇਸ਼ਰ ਦੇ ਰਾਹ ਤੇ ਤੁਰਦੇ ਹਨ। ਹੈਣ ਵਿਰਲੇ ਨਾਹੀ ਘਣੇ ਫੈਲ ਫਕੜ ਸੰਸਾਰ, ਇਹ ਵਿਰਲੇ ਹੀ ਹਨ। ਕਿਉਂਕਿ ਉਹ ਆਪੋ ਨਹੀਂ ਆ ਸਕਦੇ। ਜਿਨ੍ਹਾਂ ਨੂੰ ਪਰਮੇਸ਼ਰ ਲਿਆਉਂਦਾ ਹੈ ਇਸ ਮਾਰਗ ਦੇ ਉੱਪਰ, ਜਿਨ੍ਹਾਂ ਨੂੰ ਪਰਮੇਸ਼ਰ ਸੱਦੜੇ ਨਿਤ ਪਵਨ, ਨਿਤ ਸੱਦੇ ਪਾਉਂਦਾ ਹੈ ਕਿ ਆਓ, ਆਣ ਕਰਕੇ ਸਤ ਸੰਗਤ ਵਿੱਚ ਆਣ ਕਰਕੇ ਤੇ ਪਰਮੇਸ਼ਰ ਦਾ ਹਰ ਜਸ ਗਾਇਨ ਕਰਕੇ ਤੇ ਲਾਹਾ ਪ੍ਰਾਪਤ ਕਰ ਲਵੋ। ਇਸ ਮਨੁੱਖਾ ਦੇਹੀ ਪ੍ਰਾਪਤ ਕੀਤੀ ਹੋਈ ਦਾ ਉਹੀ ਆ ਸਕਦੇ ਹਨ ਜਿਨ੍ਹਾਂ ਨੂੰ ਪਰਮੇਸ਼ਰ ਬੁਲਾਉਂਦਾ ਹੈ। ਫਿਰ ਬਾਬਾ ਜਿਸ ਤੂੰ ਦੇਹ ਸੋਈ ਜਨ ਪਾਵੈ। ਬਾਬਾ, ਹੇ ਸ੍ਰੇਸ਼ਟ ਜਿਹੜਾ ਬਾਬਾ ਸਾਰਿਆਂ ਤੋਂ ਵੱਡਾ ਪਰਮੇਸ਼ਰ, ਹੇ ਵਾਹਿਗੁਰੂ ਜੀ, ਜਿਸ ਤੂੰ ਦੇਹ, ਜਿਨ੍ਹਾਂ ਨੂੰ ਤੁਸੀਂ ਇਹ ਫਿਰ ਆਨੰਦ ਦੀ ਦਾਤ ਬਖਸ਼ਿਸ਼ ਕਰਦੇ ਹੋ, ਜਿਨ੍ਹਾਂ ਨੂੰ ਇਹ ਨਾਮ ਦੀ ਦਾਤ ਬਖਸ਼ਿਸ਼ ਕਰਦੇ ਹੋ, ਅਥਵਾ ਜਿਨ੍ਹਾਂ ਨੂੰ ਇਹ ਸੰਸਾਰੀ ਦਾਤਾਂ ਵੀ ਜੇਕਰ ਤੁਸੀਂ ਬਖਸ਼ਿਸ਼ ਕਰਦੇ ਹੋ, ਸੋਈ ਜਨ ਪਾਵੈ, ਉਹੀ ਜਨ ਪਾ ਸਕਦਾ ਹੈ। ਹੋਰ ਕੋਈ ਨਹੀਂ ਪਾ ਸਕਦਾ ਕਿ ਮੈਂ ਦਾਤ ਲੈ ਲਵਾਂ। ਇਹ ਪਰਮੇਸ਼ਰ ਦੀ ਮਰਜ਼ੀ ਤੋਂ ਬਿਨਾਂ, ਉਸ ਦੇ ਦਿੱਤੇ
ਦਿੱਤੇ ਤੋਂ ਬਿਨਾ ਕੋਈ ਦਾਤ ਨਹੀਂ ਕੋਈ ਹਾਸਲ ਕਰ ਸਕਦਾ। ਪਾਵੈਤ ਸੋ ਜਨ ਦੇਹ, ਜਿਸਨੂੰ ਪਾਵੈ ਤਾਂ ਸੋ ਜਨ ਦੇਹ, ਜਿਸਨੂੰ ਉਹੀ ਜਨ ਸਤਿਗੁਰੂ ਫਰਮਾਉਂਦੇ ਪਾ ਸਕਦਾ ਹੈ ਜਿਨ੍ਹਾਂ ਨੂੰ ਤੁਸੀਂ ਦੇਣਾ ਕਰਦੇ ਹੋ। ਹੇ ਵਾਹਿਗੁਰੂ, ਹੋਰ ਕਿਆ ਕਰਹਿ ਵਿਚਾਰਿਆ। ਹੋਰ ਕਿਆ ਕਰਹਿ ਵਿਚਾਰਿਆ, ਹੋਰ ਵਿਚਾਰੇ ਕੀ ਕਰਨ, ਉਹਨਾਂ ਦੇ ਹੱਥ ਵੱਸ ਹੀ ਕੁਛ ਨਹੀਂ। ਜੇ ਉਹਨਾਂ ਦੇ ਹੱਥ ਵੱਸ ਹੋਵੇ ਤਾਂ ਉਹ ਆ ਨਾ ਜਾਣ ਗੁਰਦੁਆਰਾ ਸਾਹਿਬ ਆਣ ਕਰਕੇ ਸਤਿਗੁਰਾਂ ਦੀ ਸੇਵਾ ਸਿਮਰਨ ਕਥਾ ਵਿਚਾਰ ਸਰਵਣ ਕਰ ਲੈਣ ਤੇ ਆਪਣਾ ਜਨਮ ਸਫਲ ਕਰ ਲੈਣ। ਕਿਆ ਕਰਹਿ ਵਿਚਾਰਿਆ, ਉਹ ਵਿਚਾਰੇ ਕੀ ਕਰਨ ਜਿਹੜੇ ਜੀਵ ਉਹਨਾਂ ਦੇ ਹੱਥ ਵੱਸ ਕੁਛ ਨਹੀਂ। ਪਰ ਇਹ ਸਤਿਗੁਰੂ, ਇਹ ਪਰਮੇਸ਼ਰ ਜਿਨ੍ਹਾਂ ਨੂੰ ਤੁਸੀਂ ਦਿੰਦੇ ਹੋ ਕਿਰਪਾ ਕਰਕੇ, ਉਹੀ ਇਹ ਤੁਹਾਡੇ ਚਰਣਾ ਕਮਲਾਂ ਦੇ ਪ੍ਰੇਮ ਦੀ ਦਾਤ ਜਿਹੜੀ ਉਹੀ ਹਾਸਲ ਕਰ ਸਕਦਾ ਹੈ। ਏਕ ਭਰਮ ਭੂਲੇ ਫਿਰ ਦਹਦੀਸ, ਇੱਕ ਭਰਮ ਭੁੱਲੇ ਫਿਰ ਹੈ ਦਹਿਦਿਸ। ਇੱਕ ਭਾਵ ਕਈ ਜਿਹੜੇ ਜੀਵ ਹਨ, ਇੱਕ ਤਾਂ ਭਰਮ ਭੁੱਲੇ ਹੋਏ ਭਰਮ ਦੇ ਅੰਦਰ, ਮਾਇਆ ਦੇ ਭਰਮ ਦੇ ਅੰਦਰ ਭੁੱਲੇ ਹੋਏ, ਫਿਰ ਹੈ ਦਹਿਦਿਸ। ਉਹ ਇਸ ਸੰਸਾਰ ਦੇ ਅੰਦਰ ਦਸਾਂ ਦਿਸ਼ਾਵਾਂ ਦੇ ਅੰਦਰ ਭਰਮਦੇ ਫਿਰਦੇ ਹਨ। ਮਾਇਆ ਦੀ ਖਾਤਰ ਮਾਇਆ ਇਕੱਠੀ ਕਰਨ ਵਾਸਤੇ 10 ਦਿਸ਼ਾਵਾਂ ਵਿੱਚ ਹੀ ਭਰਮਦੇ ਫਿਰ ਰਹੇ ਹਨ, ਕਿਉਂਕਿ ਉਹਨਾਂ ਨੂੰ ਭਰਮ ਪਿਆ ਹੋਇਆ ਹੈ ਮਾਇਆ ਦਾ। ਜਿਸ ਪ੍ਰਕਾਰ ਆਪਾਂ ਨੂੰ ਭਰਮ ਹੁੰਦਾ ਹੈ ਰੱਸੀ ਦਾ, ਤੇ ਜਿਹਨੂੰ ਭਰਮ ਹੁੰਦਾ ਹੈ ਸੱਪ ਦਾ, ਹੁੰਦੀ ਰੱਸੀ ਹੈ। ਭਰਮ ਦੇ ਕਰਕੇ ਆਪਾਂ ਉਸ ਨੂੰ ਸੱਪ ਜਾਣ ਕਰਕੇ ਉਸ ਤੋਂ ਡਰਦੇ ਹਨ। ਇਸੇ ਹੀ ਪ੍ਰਕਾਰ ਆਪਾਂ ਨੂੰ ਭਰਮ ਪਿਆ ਹੋਇਆ ਹੈ ਕਿ ਇਹ ਜਿਹੜੀ ਮਾਇਆ ਹੈ ਇਸ ਦਾ ਭਰਮ ਪਿਆ ਹੈ। ਇਸ ਕਾਰਨ ਕਰਕੇ ਜਿਹੜੀ ਵਸਤੂ ਹੈ ਉਹ ਪਰਮੇਸ਼ਰ, ਉਸ ਦਾ ਗਿਆਨ ਨਹੀਂ ਹੋ ਪਾਉਂਦਾ, ਉਹ ਨਜ਼ਰ ਨਹੀਂ ਆਉਂਦਾ। ਇਹ ਜਿਹੜੇ ਭਰਮ ਭੁੱਲੇ ਫਿਰ ਹੈ ਦਹਿਦਿਸ, ਦਸਾਂ ਦਿਸ਼ਾਵਾਂ ਦੇ ਅੰਦਰ, ਇਸ ਸ੍ਰਿਸ਼ਟੀ ਦੇ ਅੰਦਰ, ਅਥਵਾ ਦਹਿਦਿਸ ਇਹ ਜਿਹੜੀਆਂ ਜੂਨੀਆਂ ਹਨ, ਬਾਰ-ਬਾਰ ਜੂਨੀਆਂ 84 ਲੱਖ ਜੂਨਾਂ ਹਨ ਜਿਹੜੀਆਂ, ਉਹਨਾਂ ਦੇ ਵਿੱਚ ਇਹ ਫਿਰ ਮਾਇਆ ਦੇ ਕਰਕੇ ਭਰਮਦੇ ਫਿਰ ਰਹੇ ਹਨ ਇੱਕ ਜੀਵ। ਏਕ ਨਾਮ ਲਾਗ ਸਵਾਰਿਆ, ਇੱਕ ਨਾਮ ਲਾਗ ਸਵਾਰਿਆ। ਤੇ ਕਈ ਜਿਹੜੇ ਹਨ ਉਹ ਆਪਣਾ ਜੀਵਨ ਫਿਰ ਨਾਮ ਨਾਲ ਲੱਗ ਕਰਕੇ ਤੇ ਆਪਣਾ ਜੀਵਨ ਸਵਾਰ ਲੈਂਦੇ ਹਨ। ਸਤਿਗੁਰ ਫਰਮਾਉਂਦੇ ਕਈ ਜੀਵ ਭਰਮ ਦੇ ਵਿੱਚ ਭੁੱਲੇ ਹੋਏ ਦਸਾਂ ਦਿਸ਼ਾਵਾਂ ਵਿੱਚ ਭਰਮ ਰਹੇ ਹਨ ਮਾਇਆ ਦੀ ਖਾਤਰ, ਪਰ ਇੱਕ ਨਾਮ ਲਾਗ ਸਵਾਰਿਆ। ਤੇ ਕਈ ਜਿਹੜੇ ਹਨ ਨਾਮ ਵਿੱਚ ਲੱਗ ਕੇ ਆਪਣਾ ਜੀਵਨ ਸਵਾਰ ਰਹੇ ਹਨ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਨਿਰਮਲ, ਗੁਰ ਪ੍ਰਸਾਦੀ ਮਨ ਭਇਆ ਨਿਰਮਲ। ਪਰ ਇਹ ਜਿਹੜੀ ਦਾਤ ਹੈ ਨਾ ਕਿ ਇੱਕ ਤਾਂ ਭਰਮ ਚ ਭੁੱਲੇ ਹੋਏ ਸੰਸਾਰ ਦੇ ਅੰਦਰ ਭਰਮ ਰਹੇ ਹਨ, ਤੇ ਇੱਕ ਜਿਹੜੇ ਹਨ ਉਹ ਸਤਿਗੁਰਾਂ ਦੇ ਨਾਮ ਦੇ ਨਾਲ ਲੱਗ ਕੇ ਤੇ ਆਪਣਾ ਜੀਵਨ ਸਵਾਰ ਲੈਂਦੇ ਹਨ। ਇਹ ਦਾਤ, ਇਹ ਬਖਸ਼ਿਸ਼ ਹੁੰਦੀ ਹੈ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਨਾਲ ਹੀ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਅਤੇ ਮਨ ਭਇਆ ਨਿਰਮਲ, ਜਿਨ੍ਹਾਂ ਦੇ ਉੱਪਰ ਇਹ ਜਿਹੜੇ ਨਾਮ ਵਿੱਚ ਲੱਗ ਜਾਣ ਨਾ ਜੀਵ, ਜਿਹੜੇ ਆਪਣਾ ਜੀਵਨ ਸਵਾਰਨ ਵਾਸਤੇ ਨਾਮ ਦੇ ਵਿੱਚ ਲੱਗ ਜਾਣ, ਤੇ ਉਹਨਾਂ ਦਾ ਫਿਰ ਮਨ ਭਇਆ ਨਿਰਮਲ। ਸਤਿਗੁਰੂ ਫਿਰ ਉਹਨਾਂ ਦਾ ਮਨ ਨਿਰਮਲ ਕਰ ਦਿੰਦੇ ਹਨ, ਮੈਲ ਤੋਂ ਰਹਿਤ, ਨਿਰਮਲ ਮੈਲ ਤੋਂ ਰਹਿਤ ਕਰ ਦਿੰਦੇ ਹਨ। ਕਿਉਂਕਿ ਇਸ ਮਨ ਕਉ ਜਨਮ ਜਨਮ ਕੀ ਮਲ ਲਾਗੀ, ਕਾਲਾ ਹੋਆ ਸਿਆਹੋ, ਕਾਲਾ ਸ਼ਾਹ ਇਹ ਮਨ ਹੋਇਆ ਹੈ ਪਾਪਾਂ ਦੀ ਮੈਲ ਕਰਕੇ, ਇੱਕ ਜਨਮ ਦੀ ਨਹੀਂ, ਜਨਮਾਂ ਜਨਮਾਂ ਦੀ ਇਸ ਨੂੰ ਮੈਲ ਲੱਗੀ ਹੋਈ ਹੈ। ਤੇ ਨਿਰਮਲ ਕਿਵੇਂ ਹੋਵੇ ਫਿਰ? ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਸਦਕਾ ਮਨ ਭਇਆ ਨਿਰਮਲ। ਸਤਿਗੁਰੂ ਜਿਸ ਤੇ ਕਿਰਪਾ ਕਰਕੇ ਉਸ ਨੂੰ ਨਾਮ ਦੀ ਦਾਤ ਬਖਸ਼ਿਸ਼ ਕਰ ਦੇਣ ਨਾ, ਜਿਸ ਤੇ ਕਿਰਪਾ ਕਰਕੇ ਇਸ ਦੀ ਵੀ ਆਨੰਦ, ਸਦਾ ਆਨੰਦ ਦੀ ਬਖਸ਼ਿਸ਼ ਕਰ ਦੇਣ, ਉਹਨਾਂ ਦਾ ਹੀ ਮਨ ਇਹ ਨਿਰਮਲ ਹੋ ਜਾਂਦਾ ਹੈ। ਜਿਸ ਪ੍ਰਕਾਰ ਦੇ ਨਾਲ ਆਪਾਂ ਸ੍ਰੀ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਨ, ਭਰੀਐ ਹੱਥ ਪੈਰ ਤਨ ਦੇਹ, ਪਾਣੀ ਧੋਤੈ ਉੱਤਰ ਸੋ ਖੇਹ। ਜੇ ਭਰੀਏ ਹੱਥ ਪੈਰ ਅਤੇ ਤਨ ਆਪਣਾ ਖੇਹ ਦੇ ਨਾਲ, ਘੱਟੇ ਮਿੱਟੀ ਦੇ ਨਾਲ ਭਰ ਜਾਵੇ, ਪਾਣੀ ਧੋਤਾ, ਪਾਣੀ ਦੇ ਨਾਲ ਧੋ ਕਰਕੇ ਉੱਤਰ ਸੋਖੇ, ਉਹ ਜਿਹੜੀ ਖੇਹ ਹੈ ਉਹ ਪਾਣੀ ਦੇ ਨਾਲ ਉਤਰ ਜਾਂਦੀ ਹੈ। ਮੂਤ ਪ੍ਰੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ। ਜੇਕਰ ਕੱਪੜਾ ਗੰਦਗੀ ਆਦਿਕ ਦੇ ਨਾਲ ਮੈਲਾ ਜ਼ਿਆਦਾ ਖਰਾਬ ਹੋ ਜਾਵੇ ਤੇ ਸਾਬਣ ਦੇ ਨਾਲ ਉਸ ਨੂੰ ਆਪਾਂ ਧੋ ਲੈਂਦੇ ਹਾਂ, ਕੱਪੜੇ ਨੂੰ ਉਸ ਨੂੰ ਧੋ ਲੈਂਦੇ ਹਾਂ ਜੇਕਰ ਕੱਪੜਾ ਗੰਦਗੀ ਦੇ ਨਾਲ ਖਰਾਬ ਹੋ ਜਾਵੇ। ਇਸੇ ਪ੍ਰਕਾਰ ਸਤਿਗੁਰੂ ਫਰਮਾਉਂਦੇ ਭਰੀਐ ਮਤ ਪਾਪਾਂ ਕੈ ਸੰਗ। ਤੇ ਜੇਕਰ ਮਤ ਜਿਹੜੀ ਹੈ ਉਹ ਪਾਪਾਂ ਦੇ ਨਾਲ ਭਰ ਜਾਵੇ, ਕਾਲੀ ਸ਼ਾਹ ਹੋ ਜਾਵੇ ਪਾਪਾਂ ਦੇ ਨਾਲ, ਉਹ ਧੁੱਪੈ ਨਾਵੈ ਕੈ ਰੰਗ, ਉਹ ਨਾਮ ਦੇ ਰੰਗ ਦੇ ਨਾਲ ਹੀ ਉਤਰ ਸਕਦੀ ਹੈ। ਨਾਮ ਦੇ ਨਾਲ ਉਸ ਨੂੰ ਧੋਵਾਂਗੇ, ਨਾਮ ਦਾ ਬਾਰ-ਬਾਰ ਸਿਮਰਨ ਕਰਾਂਗੇ ਤਾਂ, ਕਿਉਂਕਿ ਜ਼ਿਆਦਾ ਕੱਪੜਾ ਮੈਲਾ ਹੋਵੇ ਨਾ ਤੇ ਉਸ ਨੂੰ ਜ਼ਿਆਦਾ ਰਗੜਨਾ ਪੈਂਦਾ ਹੈ, ਜ਼ਿਆਦਾ ਘਸਣਾ ਪੈਂਦਾ ਹੈ, ਫਿਰ ਸਾਫ਼ ਹੁੰਦਾ ਹੈ। ਇਸ ਪ੍ਰਕਾਰ ਬਾਰ-ਬਾਰ ਸਿਮਰਨ ਦੇ ਵਿੱਚ ਲੱਗੇ ਰਵਾਂਗੇ ਤਾਂ ਇਹ ਭਰੀਏ ਮਤ ਪਾਪਾਂ ਕੈ ਸੰਗ ਭਰੀ ਹੋਈ ਜਿਹੜੀ ਉਹ ਧੁੱਪ ਹੈ, ਨਾਵੈ ਕੈ ਰੰਗ, ਨਾਮ ਦੇ ਰੰਗ ਨਾਲ ਇਹ ਧੋਤੀ ਜਾ ਸਕਦੀ ਹੈ।
ਜਿਸ ਪ੍ਰਕਾਰ ਦੇ ਨਾਲ ਸੋਨਾ ਮੈਲ ਨਾਲ ਭਰਿਆ ਹੁੰਦਾ ਹੈ, ਉਸ ਨੂੰ ਕੁਠਾਲੀ ਦੇ ਅੰਦਰ ਅਲੱਗ ਰੱਖ ਕਰਕੇ ਤੇ ਸੇਕ ਦਿੱਤਾ ਜਾਂਦਾ ਹੈ ਤੇ ਉਹ ਫਿਰ ਸੋਨਾ ਭੁੜਕਦਾ ਹੈ। ਭੁੜਕਦਾ ਕਿਉਂ ਹੈ? ਕਿਉਂਕਿ ਉਹਦੀ ਮੈਲ ਸੜਦੀ ਹੈ। ਜਦੋਂ ਮੈਲ ਸੜ ਜਾਵੇ ਉਹ ਟਿਕ ਜਾਂਦਾ ਹੈ, ਸੋਨਾ ਭੁੜਕਣੋਂ ਹਟ ਜਾਂਦਾ ਹੈ। ਹੇ ਜੀਵ, ਜਿਹੜਾ ਤੇਰਾ ਮਨ ਹੈ ਨਾ, ਜਦੋਂ ਤੂੰ ਸਿਮਰਨ ਕਰਦਾ ਤੇ ਇਹ ਭੁੜਕਦਾ ਆ, ਇਹ ਭੱਜਦਾ 10 ਦਿਸ਼ਾ ਨੂੰ, ਹਰ ਪਾਸੇ ਭੁੜਕਦਾ ਕਿ ਕਿਸੇ ਪ੍ਰਕਾਰ ਨਾਲ ਮੇਰੀ ਇਹ ਸਿਮਰਨ ਤੋਂ ਜਾਨ ਛੁੱਟ ਜਾਵੇ। ਪਰ ਇਹ ਮਤਾ ਸਮਝੀ ਕਿ ਸਿਮਰਨ ਦੇ ਵਿੱਚ ਮਨ ਨਹੀਂ ਲੱਗਦਾ ਤੇ ਇਹਦਾ ਕੋਈ ਫਾਇਦਾ ਨਹੀਂ, ਮੈਂ ਛੱਡ ਦੇਵਾਂ। ਇਹ ਮਨ ਤਾਂ ਨਹੀਂ ਲੱਗਦਾ, ਇਹ ਮੈਲ ਤੇਰੀ ਸੜ ਰਹੀ ਹੈ। ਜਿੰਨਾ ਚਿਰ ਇਹ ਮੈਲ ਹੈ, ਇਹ ਸੜੇਗੀ, ਉਤਨਾ ਚਿਰ ਤੇਰਾ ਮਨ ਨਹੀਂ ਲੱਗੇਗਾ। ਤੂੰ ਇਹ ਖੁਸ਼ਕਿਸਮਤੀ ਆਪਣੀ ਸਮਝ ਕਿ ਤੈਨੂੰ ਇਹ ਪਤਾ ਲੱਗ ਗਿਆ ਹੈ ਕਿ ਤੇਰਾ ਮਨ ਲੱਗਦਾ ਨਹੀਂ। ਨਹੀਂ ਤਾਂ ਕਈ ਜੀਵ ਸੰਸਾਰ ਦੇ ਅੰਦਰ ਇੱਕ ਭਰਮ ਭੁੱਲੇ ਫਿਰਿਆ ਹੈ ਦਹਿ-ਦਿਸ, ਉਹਨਾਂ ਨੂੰ ਤਾਂ ਇਹ ਸਮਝ ਨਹੀਂ ਮਨ ਕੀ ਹੈ, ਮਨ ਟਿਕਣਾ ਕੀ ਹੈ। ਤੂੰ ਖੁਸ਼ਕਿਸਮਤੀ ਸਮਝ ਕਿ ਤੈਨੂੰ ਇਹ ਸਮਝ ਲੱਗ ਗਈ, ਤੇਰਾ ਮਨ ਨਹੀਂ ਟਿਕਦਾ। ਤੇਰਾ ਇਥੋਂ ਇਹ ਭਾਵ ਆ ਕਿ ਹੁਣ ਸੋਨੇ ਦੀ ਮੈਲ ਹੈ, ਉਹ ਸੜਦੀ ਹੈ, ਭੁੜਕਦਾ ਹੈ। ਤੇਰੇ ਮਨ ਦੀ ਜਿਹੜੀ ਮੈਲ ਹੈ ਨਾ, ਉਹ ਸੜ ਰਹੀ ਹੈ। ਤੂੰ ਲੱਗਾ ਰਹਿ ਇਸ ਸਿਮਰਨ ਦੇ ਅੰਦਰ। ਜਿਸ ਦਿਨ ਇਹ ਮੈਲ ਸੜ ਗਈ, ਖਤਮ ਹੋ ਗਈ, ਮਨ ਨਿਰਮਲ ਹੋ ਗਿਆ ਨਾ, ਉਸ ਦਿਨ ਫਿਰ ਆਪੋ ਹੀ ਸਤਿਗੁਰਾਂ ਦੀ ਕਿਰਪਾ ਸਦਕਾ ਟਿਕ ਜਾਵੇਗਾ। ਗੁਰ ਪ੍ਰਸਾਦੀ ਮਨ ਪਾਇਆ ਨਿਰਮਲ। ਫਿਰ ਪਰਮੇਸ਼ਰ ਦੀ ਕਿਰਪਾ ਹੋ ਜਾਵੇ ਨਾ, ਨਾਮ ਦੀ ਇਹ ਦਾਤ ਜੀਵ ਨਾਮ ਸਿਮਰਨ ਦੇ ਅੰਦਰ ਲੱਗ ਜਾਵੇ, ਮਨ ਪਾਇਆ ਨਿਰਮਲ, ਤੇ ਉਹਨਾਂ ਦਾ ਮਨ ਫਿਰ ਨਿਰਮਲ ਹੋ ਜਾਂਦਾ ਹੈ। ਜਿਨ੍ਹਾਂ ਭਾਣਾ ਭਾਵੇ ਅਤੇ ਜਿਨ੍ਹਾਂ ਭਾਣਾ ਭਾਵੇ, ਫਿਰ ਜਿਨ੍ਹਾਂ ਨੂੰ ਪਰਮੇਸ਼ਰ ਦਾ ਭਾਣਾ ਭਾ ਜਾਂਦਾ ਹੈ, ਪਸੰਦ ਆ ਜਾਂਦਾ ਹੈ, ਭਾਣੇ ਦੇ ਅੰਦਰ ਪ੍ਰਸੰਨ ਚਿੱਤ ਹੋ ਜਾਂਦੇ ਹਨ ਨਾ, ਜਿਹੜੇ ਉਸ ਪਰਮੇਸ਼ਰ ਦੇ ਜਿਹੜੇ ਭਾਣੇ ਦੇ ਅੰਦਰ ਭਾਣਾ ਭਾਵੇ, ਉਹਦਾ ਭਾਣਾ ਜਿਹਨਾਂ ਨੂੰ ਪਸੰਦ ਹੋ ਜਾਂਦਾ ਹੈ, ਭਾਣਾ ਭਾ ਜਾਂਦਾ ਹੈ, ਮੰਨ ਲੈਂਦੇ ਹਨ, ਭਾਣੇ ਦੀ ਅਦੂਲੀ ਨਹੀਂ ਕਰਦੇ। ਜੇਕਰ ਕੋਈ ਕਾਰਜ ਸਾਡੇ ਮਨ ਦੇ ਖਿਲਾਫ ਹੋ ਗਿਆ ਕਿ ਅਸੀਂ ਚਾਹੁੰਦੇ ਸਾਂ ਕੁਝ ਹੋਰ ਹੁੰਦਾ, ਪਰ ਕਾਰਜ ਕੋਈ ਹੋਰ ਹੋ ਗਿਆ, ਉਹ ਹੈ ਪਰਮੇਸ਼ਰ ਦਾ ਭਾਣਾ। ਤੇ ਜਿਨ੍ਹਾਂ ਨੇ, ਕਿਉਂਕਿ ਭਾਣਾ ਮੰਨਣਾ ਤਾਂ ਪਵੇਗਾ ਹੀ ਪਰਮੇਸ਼ਰ ਦਾ, ਉਹ ਤੁਹਾਡੇ ਤੇ ਚਾਹੇ ਤੁਸੀਂ ਖੁਸ਼ ਹੋ ਕੇ ਮੰਨ ਲਓ, ਚਾਹੇ ਤੁਸੀਂ ਰੋ ਪਿੱਟ ਕੇ ਮੰਨ ਲਓ, ਭਾਣਾ ਤਾਂ ਮੰਨਣਾ ਹੀ ਪਵੇਗਾ ਪਰਮੇਸ਼ਰ ਦਾ। ਸਤਿਗੁਰੂ ਫਰਮਾਉਂਦੇ, ਜਿਨ੍ਹਾਂ ਭਾਣਾ ਭਾਵੇ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦਾ ਭਾਣਾ ਪਸੰਦ ਆ ਗਿਆ, ਚੰਗਾ ਲੱਗਿਆ, ਉਹਨਾਂ ਦਾ ਫਿਰ ਮਨ ਹੈ, ਉਹਨਾਂ ਨੇ ਆਪਣਾ ਨਿਰਮਲ ਕਰ ਲਿਆ ਇਸ ਪ੍ਰਕਾਰ ਸ਼ਬਦ ਦੇ ਨਾਲ ਲੱਗ ਕਰਕੇ। ਕਿਉਂਕਿ ਸਾਧ ਸੰਗਤ, ਮਨੁੱਖ ਇੱਛਾ ਕਰ ਸਕਦਾ ਹੈ, ਕੋਈ ਇਸ ਦੇ ਅੰਦਰ ਹਰਜ ਨਹੀਂ। ਮਨੁੱਖ ਨੇ ਇੱਛਾ ਕਰਨੀ ਹੈ ਉਸ ਪਰਮੇਸ਼ਰ ਪਾਸੋਂ ਦਾਤਾਂ ਮੰਗਣੀਆਂ ਹਨ ਨਾ। ਭਗਤ ਧੰਨਾ ਜੀ ਨੇ ਵੀ ਦਾਤਾਂ ਮੰਗੀਆਂ ਨਾ, ਗਊ ਭੈਂਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ, ਜਨ ਧੰਨਾ ਲੈਵੈ ਮੰਗੀ। ਇਹ ਮਨੁੱਖ ਮੰਗ ਸਕਦਾ ਹੈ ਦਾਤਾਂ, ਇਹਦੇ ਵਿੱਚ ਕੋਈ ਹਰਜ ਨਹੀਂ, ਕੋਈ ਗਲਤ ਬਾਤ ਨਹੀਂ। ਪਰ ਗਲਤ ਬਾਤ ਉਦੋਂ ਹੈ ਜਦੋਂ ਉਹ ਦਾਤ ਨਾ ਮਿਲੀ ਤੇ ਫਿਰ ਇਹ ਪਛਤਾਵਾ ਤੇ ਇਹ ਰੋਣ ਧੋਣ ਕਰੇ ਨਾ, ਇਹ ਗਲਤ ਬਾਤ ਹੈ। ਕਿਉਂਕਿ ਜੇਕਰ ਤੇਰੀ ਕੋਈ ਇੱਛਾ ਨਹੀਂ ਨਾ ਪੂਰੀ ਹੋਈ, ਤੇ ਤੂੰ ਇਹ ਸਮਝ ਲੈ ਕਿ ਉਹ ਪਰਮੇਸ਼ਰ ਦੀ ਇੱਛਾ ਨਹੀਂ ਸੀ ਇਹ ਕਾਰਜ ਹੋਣ ਦੀ, ਤਾਂ ਇਹ ਇੱਛਾ ਤੇਰੀ ਪੂਰੀ ਨਹੀਂ ਹੋਈ। ਤੇ ਜੇਕਰ ਉਹ ਤੇਰੀ ਇੱਛਾ ਪੂਰੀ ਹੋ ਜਾਵੇ, ਇਹ ਮਤਾ ਸਮਝੀ ਕਿ ਮੈਂ ਮੰਗਿਆ ਸੀ, ਮੈਂ ਸੋਚਿਆ ਸੀ, ਮੈਨੂੰ ਤਾਂ ਮਿਲ ਗਿਆ, ਉਹ ਪਰਮੇਸ਼ਰ ਦੀ ਵੀ ਇਹੀ ਇੱਛਾ ਸੀ, ਉਹ ਵੀ ਇਹੀ ਚਾਹੁੰਦਾ ਸੀ, ਤਾਂ ਹੀ ਇਹ ਹੋਇਆ ਹੈ। ਜੇ ਉਹ ਨਾ ਚਾਹੁੰਦਾ ਤੇ ਇਹ ਪੂਰਾ ਨਹੀਂ ਸੀ ਹੋਣਾ ਇਸ ਪ੍ਰਕਾਰ ਜਿੱਦਾਂ ਤੂੰ ਚਾਹੁੰਦਾ ਹੈ। ਸਤਿਗੁਰੂ ਫਰਮਾਉਂਦੇ, ਜਿਨ੍ਹਾਂ ਭਾਣਾ ਭਾਵੇ, ਜਿਨ੍ਹਾਂ ਨੂੰ ਉਸ ਪਰਮੇਸ਼ਰ ਦਾ ਭਾਣਾ ਭਾ ਗਿਆ, ਉਸ ਪਰਮੇਸ਼ਰ ਦਾ ਭਾਣਾ ਚੰਗਾ ਲੱਗਿਆ, ਉਸ ਭਾਣੇ ਅੰਦਰ ਆਪਣਾ ਜੀਵਨ ਬਤੀਤ ਕਰਨ ਲੱਗ ਪਏ, ਮਨ ਭਇਆ ਨਿਰਮਲ। ਫਿਰ ਗੁਰ ਪ੍ਰਸਾਦੀ, ਗੁਰੂ ਦੀ ਕਿਰਪਾ ਸਦਕਾ ਉਹਨਾਂ ਦਾ ਜਿਹੜਾ ਮਨ ਹੈ ਉਹ ਨਿਰਮਲ ਹੋ ਜਾਵੇਗਾ, ਹੋ ਜਾਂਦਾ ਹੈ। ਕਹਿ ਨਾਨਕ ਜਿਸ ਦੇਹ ਪਿਆਰੇ। ਸਤਿਗੁਰੂ ਫਰਮਾ ਰਹੇ ਹਨ, ਜਿਸ ਦੇਹ ਪਿਆਰੇ। ਹੇ ਪਿਆਰੇ, ਇਹ ਸਤ ਸੰਗੀ ਪਿਆਰੇ ਜੀਵ, ਜਿਸ ਦੇਹ, ਜਿਹਨੂੰ ਉਹ ਸਤਿਗੁਰੂ ਕਿਰਪਾ ਕਰਕੇ ਇਹ ਦਾਤ ਦਿੰਦਾ ਹੈ। ਕਿਹੜੀ? ਇਹ ਸਤਿਗੁਰਾਂ ਦੇ ਨਾਮ ਸਿਮਰਨ ਦੀ ਦਾਤ, ਜਿਨ੍ਹਾਂ ਨੂੰ ਬਖਸ਼ਿਸ਼ ਕਰ ਦਿੰਦੇ ਹਨ, ਅਥਵਾ ਜਿਨ੍ਹਾਂ ਨੂੰ ਇਹ ਸਦਾ ਆਨੰਦ ਦੀ ਪ੍ਰਾਪਤੀ ਸਤਿਗੁਰੂ ਬਖਸ਼ਿਸ਼ ਕਰ ਦਿੰਦੇ ਹਨ। ਸੋਈ ਜਨ ਪਾਵੇ। ਉਹੀ ਪ੍ਰਾਪਤ ਕਰ ਸਕਦਾ ਹੈ, ਉਹੀ ਪਾ ਸਕਦਾ ਹੈ। ਜੇਕਰ ਕੋਈ ਆਖੇ ਕਿ ਮੈਂ ਸਿਮਰਨ ਕਰ ਕਰਕੇ ਉਸ ਨੂੰ ਆਪਦੇ ਬਲ ਦੇ ਨਾਲ ਪ੍ਰਾਪਤ ਕਰ ਲਵਾਂਗਾ ਆਨੰਦ ਨੂੰ ਅਥਵਾ ਪਰਮੇਸ਼ਰ ਨੂੰ, ਉਹ ਨਹੀਂ ਕਰ ਸਕਦਾ। ਜਿਸ ਦੇ ਉੱਪਰ ਪਰਮੇਸ਼ਰ ਤਰੁੱਠ ਕਰਕੇ ਤੇ ਉਸ ਦੀ ਬੰਦਗੀ ਦੇ ਉੱਪਰ ਤਰੁੱਠ ਕਰਕੇ ਉਸ ਨੂੰ ਦਾਤ ਦਿੰਦਾ ਹੈ ਨਾ, ਤੇ ਉਸ ਦੀ ਦਾਤ ਉਹ ਜਿਹੜੀ ਪਰਮੇਸ਼ਰ ਦੀ ਦਿੱਤੀ ਹੋਈ ਹੀ ਉਹ ਪ੍ਰਾਪਤ ਕਰ ਸਕਦਾ ਹੈ। ਇੱਕ ਸਮੇਂ ਕੋਈ ਫਕੀਰ ਇਹ ਪੱਥਰ ਦੇ ਉੱਪਰ ਬੈਠ ਕਰਕੇ ਤੇ ਬੜੀ ਉਹਨੇ ਲੰਮਾ ਸਮਾਂ ਭਗਤੀ ਸਿਮਰਨ ਕੀਤਾ ਪਰਮੇਸ਼ਰ ਦਾ, ਤੇ ਉਸ ਸਮੇਂ ਫਿਰ ਸਤਿਗੁਰੂ ਪਰਮੇਸ਼ਰ ਫਿਰ ਪ੍ਰਗਟ ਹੋ ਕਰਕੇ ਉਸ ਦੇ ਅੱਗੇ ਆ ਕਰਕੇ ਉਹਨੂੰ ਆਖਿਆ ਕਿ ਭਾਈ ਮੰਗ। ਉਹ ਉਸ ਦੇ ਅੰਦਰ ਮਨ ਦੇ ਅੰਦਰ ਮਾਣ ਆ ਗਿਆ ਵੀ ਹਾਂ ਪਰਮੇਸ਼ਰ ਆ ਗਿਆ ਹੈ, ਹੁਣ ਮੈਂ ਆਪਣੀ ਕੀਤੀ ਹੋਈ ਬੰਦਗੀ ਦਾ ਇਹਦੇ ਕੋਲ ਫਲ ਪ੍ਰਾਪਤ ਕਰਾਂਗਾ, ਇਹ ਪਰਮੇਸ਼ਰ ਕੋਲੋਂ ਮੈਂ ਮੰਗਾਂਗਾ।
ਤੇ ਪਰਮੇਸ਼ਰ ਨੇ ਉਸ ਦੀ ਪਰਖ ਕਰਨ ਵਾਸਤੇ ਉਹਨੂੰ ਆਖ ਦਿੱਤਾ ਕਿ ਤੂੰ ਮੰਗ ਜੋ ਮੰਗਦਾ ਹੈ, ਪਰ ਤੂੰ ਪਹਿਲਾਂ ਇਹ ਦੱਸ ਦੇ ਕਿ ਤੂੰ ਜਿਹੜੀ ਹੈ ਇੱਕ ਮੰਗਣਾ ਹੈ, ਇਹ ਕਿਰਪਾ ਪ੍ਰਾਪਤ ਕਰਨੀ ਹੈ, ਜਾਂ ਤੂੰ ਆਪਣੀ ਕੀਤੀ ਹੋਈ ਬੰਦਗੀ ਦਾ ਫਲ ਪ੍ਰਾਪਤ ਕਰਨਾ ਹੈ, ਲੈਣਾ ਹੈ। ਤੇ ਉਹ ਫਕੀਰ ਕਹਿਣ ਲੱਗਾ ਕਿ ਨਹੀਂ, ਮੈਂ ਤਾਂ ਜਿਹੜੀ ਮੈਂ ਇਤਨਾ ਸਮਾਂ ਇਤਨੀ ਕਰੜੀ ਬੰਦਗੀ ਕੀਤੀ ਹੈ ਤੇ ਮੈਨੂੰ ਉਹਦਾ ਹੀ ਫਲ ਚਾਹੀਦਾ ਹੈ। ਤੁਹਾਡਾ ਕੀ ਪਤਾ ਵੀ ਕੀ ਤੁਸੀਂ ਮੈਨੂੰ ਛੋਟੀ ਮੋਟੀ ਕੋਈ ਚੀਜ਼ ਦੇ ਦੇਵੋ, ਪਰ ਮੈਂ ਇਤਨਾ ਲੰਮਾ ਸਮਾਂ ਇਤਨੀ ਬੰਦਗੀ ਕੀਤੀ ਹੈ, ਮੈਨੂੰ ਉਹਦਾ ਫਲ ਚਾਹੀਦਾ ਹੈ। ਪਰਮੇਸ਼ਰ ਨੇ 2-3 ਵਾਰ ਪੁੱਛਿਆ, ਇਸੇ ਗੱਲ ਤੇ ਹੀ ਟਿਕਿਆ ਰਿਹਾ ਨਹੀਂ, ਕਿਉਂਕਿ ਉਸ ਨੂੰ ਮਾਣ ਸੀ ਨਾ ਕਿ ਮੈਂ ਬੜਾ ਲੰਮਾ ਸਮਾਂ ਭਗਤੀ, ਬੜੀ ਕਰੜੀ ਭਗਤੀ ਕੀਤੀ ਹੈ ਇੱਕ ਥਾਂ ਤੇ ਬੈਠ ਕਰਕੇ, ਤੇ ਕਹਿੰਦਾ ਵੀ ਨਹੀਂ, ਮੈਨੂੰ ਇਸ ਦਾ ਫਲ ਹੀ ਚਾਹੀਦਾ ਹੈ। ਤੇ ਪਰਮੇਸ਼ਰ ਕਹਿਣ ਲੱਗੇ ਕਿ ਪਹਿਲੋਂ ਹੁਣ ਜੇ ਤੂੰ ਫਲ ਹੀ ਚਾਹਣਾ ਹੈ ਨਾ ਆਪਦੀ ਬੰਦਗੀ ਦਾ, ਆਪਦੇ ਕੀਤੇ ਹੋਏ ਕਰਮ ਦਾ ਫਲ ਚਾਹਣਾ ਹੈ, ਤੈਨੂੰ ਬਾਅਦ 'ਚ ਦੇਵਾਂਗੇ। ਪਹਿਲਾਂ ਹੁਣ ਇਤਨਾ ਸਮਾਂ ਜਿਹੜੇ ਪੱਥਰ ਦੇ ਉੱਪਰ ਤੂੰ ਬੈਠਾ ਨਾ, ਹੁਣ ਪਹਿਲਾਂ ਉਸ ਦਾ ਹਿਸਾਬ ਕਿਤਾਬ ਤੂੰ ਪੂਰਾ ਕਰ। ਉਹ ਪੱਥਰ ਨੂੰ ਹੁਣ ਆਪਦੇ ਉੱਪਰ ਰਹਿ ਕਰਕੇ ਜਿਤਨਾ ਸਮਾਂ ਤੂੰ ਪੱਥਰ ਤੇ ਬੈਠਾ ਹੈ, ਪੱਥਰ ਨੂੰ ਵੀ ਆਪਣੇ ਉੱਪਰ ਰੱਖ ਕਰਕੇ ਤੇ ਉਤਨਾ ਸਮਾਂ ਰਹਿ, ਇਹ ਹਿਸਾਬ ਕਿਤਾਬ ਬਰਾਬਰ ਹੋਵੇਗਾ, ਫਿਰ ਤੇਰੀ ਭਗਤੀ ਦਾ ਤੈਨੂੰ ਫਲ ਦਿੱਤਾ ਜਾਵੇਗਾ। ਇਹ ਸਾਧ ਸੰਗਤ ਇਹ ਕਦੀ ਮਾਣ ਨਹੀਂ ਕਰਨਾ ਚਾਹੀਦਾ ਕਿ ਮੈਂ ਕੀਤਾ, ਮੈਂ ਇੰਨੇ ਪਾਠ ਕਰ ਲਵਾਂ ਤੇ ਮੈਨੂੰ ਇਹ ਦਾਤ ਪ੍ਰਾਪਤ ਹੋ ਜਾਵੇ। ਮੈਂ ਇਤਨੇ, ਹਾਂ ਚੰਗੀ ਬਾਤ ਹੈ ਕਿ ਇਤਨੇ ਦਿਨ ਮਿੱਥ ਕਰਕੇ ਕੋਈ ਪਾਠ ਕਰਨਾ, ਉਹ ਚੰਗਾ ਹੈ। ਕਿਉਂਕਿ ਮਨ ਹੈ ਨਾ 1-2 ਦਿਨ ਪਾਠ ਕਰੇਗਾ ਵੀ ਮੈਂ ਇਤਨੇ ਦਿਨ ਪਾਠ ਕਰਨੇ ਹਨ, ਫਿਰ ਉਹ ਹਟ ਜਾਂਦਾ ਹੈ। ਪਰ ਜੇ ਮਿੱਥ ਲਈਏ ਕਿ ਇਤਨੇ ਦਿਨ ਪੂਰੇ ਹੀ ਕਰਨੇ ਹਨ, ਅਥਵਾ 30 ਦਿਨ 10 ਦਿਨ 40 ਦਿਨ ਅਸੀਂ ਪੂਰੇ ਹੀ ਪਾਠ ਕਰਨੇ ਹਨ, ਇਹ ਫਿਰ ਮਿਥਾਂਗੇ ਫਿਰ ਹੀ ਕਾਰਜ ਹੋ ਸਕਦਾ ਹੈ। ਇਹ ਚੰਗੀ ਬਾਤ ਹੈ ਮਿੱਥ ਕਰਕੇ ਪਾਠ ਕਰਨਾ, ਪਰ ਇਸ ਦਾ ਮਾਣ ਕਰ ਲੈਣਾ ਕਿ ਮੈਂ 40 ਪਾਠ ਪੂਰੇ ਕਰ ਲੈ ਤਾਂ ਫਿਰ ਹੀ ਮੈਨੂੰ ਇਹ ਦਾਤ ਪ੍ਰਾਪਤ ਹੋਈ ਹੈ ਜਾਂ ਫਿਰ ਹੀ ਪ੍ਰਾਪਤ ਹੋਵੇਗੀ, ਇਸ ਪ੍ਰਕਾਰ ਨਹੀਂ। ਜਿਸ ਤੂੰ ਦੇਹ ਸੋਈ ਜਨ ਪਾਵੇ, ਪਰਮੇਸ਼ਰ ਜਿਹਦੇ ਉੱਪਰ ਤਰੁੱਠ ਜਾਵੇ, ਕੀ ਪਤਾ ਉਹ ਇੱਕ ਪਾਠ ਦੇ ਨਾਲ ਹੀ ਤਰੁੱਠ ਜਾਵੇ, ਤੇ ਕੀ ਪਤਾ ਫਿਰ ਤੈਨੂੰ ਲੱਖਾਂ ਦਿਨ ਹੀ ਲੱਗ ਜਾਣ ਪਾਠ ਕਰਦੇ ਨੂੰ, ਉਹ ਤਰੁੱਠੇ ਹੀ ਨਾ ਤੇਰੇ ਮਾਣ ਕਰਕੇ, ਹੰਕਾਰ ਕਰਕੇ। ਇਹ ਹੈ ਪਰਮੇਸ਼ਰ ਦੀ ਕਿਰਪਾ ਦੀ ਪ੍ਰਾਪਤੀ ਕਰੀਏ ਆਪਾਂ ਆਪਣੇ ਮਾਣ ਹੰਕਾਰ ਨੂੰ ਛੱਡ ਕੇ। ਕਹੈ ਨਾਨਕ ਜਿਸ ਦੇਹ ਪਿਆਰੇ, ਉਹ ਪਿਆਰਾ ਪਰਮੇਸ਼ਰ ਜਿਹਨੂੰ ਕਿਰਪਾ ਕਰਕੇ ਦਾਤ ਦਿੰਦਾ ਹੈ, ਸੋਈ ਜਨ ਪਾਵੇ, ਉਹੀ ਪ੍ਰਾਪਤ ਕਰ ਸਕਦੇ ਹਨ। ਇਸ ਕਰਕੇ ਆਪਾਂ ਉਹਦੀ ਕਿਰਪਾ ਦੀ ਪ੍ਰਾਪਤੀ ਲੋੜੀਏ, ਉਸ ਦੇ ਕਿਰਪਾ ਦੇ ਪਾਤਰ ਬਣੀਏ। ਆਪਾਂ ਉਹ ਪਰਮੇਸ਼ਰ ਦੇ ਚਰਨਾਂ ਦੇ ਉੱਪਰ ਆਣ ਕਰਕੇ ਦੇਖੋ ਸਾਧ ਸੰਗਤ ਆਪਣੇ ਕਿਤਨੇ ਵੱਡੇ ਭਾਗ ਹਨ। ਕਿਉਂਕਿ ਜਿਸ ਸਮੇਂ ਸਤਿਗੁਰੂ ਆਪਣੇ ਦੇਹ ਰੂਪ ਦੇ ਅੰਦਰ ਸਨ, ਉਹ ਸਾਰੇ ਸੰਸਾਰ ਦੇ ਅੰਦਰ ਵਿਚਰ ਕਰਕੇ ਤੇ ਉਸ ਪਰਮੇਸ਼ਰ ਦੇ ਨਾਲ ਜੋੜ ਰਹੇ ਸਨ ਨਾ, ਤੇ ਫਿਰ ਸਿੱਖ ਸੰਗਤ ਬਹੁਤ ਵਿਰਲਾਪ, ਬੜਾ ਵਿਰਾਗ ਕਰਦੀ ਹੁੰਦੀ ਸੀ ਕਿ ਸਾਨੂੰ ਸਤਿਗੁਰੂ ਸਾਨੂੰ ਦਰਸ਼ਨ ਬਖਸ਼ਿਸ਼ ਕਰੋ, ਤੇ ਕਿਤਨੇ ਲੰਮੇ ਸਮਿਆਂ ਬਾਅਦ ਫਿਰ ਸਤਿਗੁਰਾਂ ਦੇ ਦਰਸ਼ਨ ਪ੍ਰਾਪਤ ਹੁੰਦੇ ਸਨ। ਹਾਂ ਕਈ ਹੈ ਸਨ ਕਿ ਜਿਨ੍ਹਾਂ ਨੂੰ ਸਤਿਗੁਰੂ ਸਰੀਰ ਰੂਪ ਅੰਦਰ ਰੋਜ਼ ਹੀ ਦਰਸ਼ਨ ਦੇ ਦਿੰਦੇ ਸਨ ਨਾ, ਅੱਖਾਂ ਬੰਦ ਕਰਕੇ, ਤੇ ਅੰਤਰੀਵ ਦਰਸ਼ਨ ਹੀ ਉਹਨਾਂ ਨੂੰ ਰੋਜ਼ ਦੇ ਦਿੰਦੇ ਸਨ। ਪਰ ਸਾਧ ਸੰਗਤ ਜਿਨ੍ਹਾਂ ਦੀ ਹਜੇ ਇਤਨੀ ਅਵਸਥਾ ਨਹੀਂ ਸੀ ਨਾ, ਉਹਨਾਂ ਨੂੰ ਫਿਰ ਦਰਸ਼ਨ ਕਰਨ ਵਾਸਤੇ ਬੜਾ ਲੰਮਾ ਸਮਾਂ ਸਤਿਗੁਰਾਂ ਦੀ ਉਡੀਕ ਕਰਨੀ ਪੈਂਦੀ ਸੀ। ਪਰ ਕਿਤਨੇ ਵਡਭਾਗੇ ਹਾਂ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣੇ ਤੇ ਇਤਨੀ ਵੱਡੀ ਬਖਸ਼ਿਸ਼ ਕਰ ਦਿੱਤੀ ਕਿ ਜੋ 10 ਪਾਤਸ਼ਾਹੀਆਂ ਦੀ ਜੋਤ ਜਿਹੜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਟਿਕਾ ਕਰਕੇ ਤੇ ਗੁਰਸਿੱਖਾਂ ਤੇ ਬਖਸ਼ਿਸ਼ ਕਰ ਦਿੱਤੀ। ਹੁਣ ਪਿੰਡ ਥਾਂ ਸਤਿਗੁਰੂ ਵਿਰਾਜ ਰਹੇ ਹਨ। ਹਰੇਕ ਨਗਰ ਦੇ ਅੰਦਰ, ਆਪਣੇ ਨਗਰ ਦੇ ਅੰਦਰ ਵੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ 10 ਪਾਤਸ਼ਾਹੀਆਂ ਦਾ ਆਤਮਿਕ ਸਵਰੂਪ ਵਿਰਾਜ ਰਿਹਾ ਹੈ। ਪ੍ਰਗਟ ਗੁਰਾਂ ਕੀ ਦੇਹ ਵਿਰਾਜ ਰਹੇ ਹਨ, ਤੇ ਆਪਾਂ ਵੀ ਇਹ ਲਾਹਾ ਪ੍ਰਾਪਤ ਕਰ ਲਈਏ। ਆਪਣਾ ਸਮਾਂ ਨਾ ਖੁੰਝਾ ਦਈਏ ਕਿ ਸਤਿਗੁਰੂ ਤਾਂ ਆਪਣੇ ਨਗਰ ਆਏ ਸਨ ਤੇ ਆਪਾਂ ਆਣ ਕਰਕੇ ਤੇ ਸਤਿਗੁਰਾਂ ਦੇ ਦਰਸ਼ਨ ਹੀ ਨਾ ਕਦੀ ਕੀਤੇ। ਤੇ ਫਿਰ ਦਰਗਾਹ ਦੇ ਅੰਦਰ ਜਾ ਕਰਕੇ ਜੇਕਰ ਉੱਥੇ ਫਿਰ ਇਹ ਪਛਤਾਵਾ ਹੋਇਆ ਨਾ ਕਿ ਸਾਨੂੰ ਤਾਂ ਸਮਝ ਹੀ ਨਹੀਂ ਸੀ ਕਿ ਇਹ ਵੀ ਪਰਮੇਸ਼ਰ ਦੇ ਰਾਹ ਤੇ ਤੁਰਨਾ ਸੀ, ਸਾਡੇ ਤੇ ਮਾਇਆ ਦੇ ਪਰਦਾ ਰਿਹਾ, ਸਾਡਾ ਕੀ ਕਸੂਰ, ਕਿ ਸਾਨੂੰ ਤਾਂ ਮਾਇਆ ਨਹੀਂ ਭਰਮਾਈ ਰੱਖਿਆ ਚ ਸਾਡਾ ਕੀ ਕਸੂਰ, ਉੱਥੇ ਇਹ ਗੱਲ ਨਹੀਂ ਚੱਲਣੀ। ਕਿਉਂਕਿ ਸਤਿਗੁਰੂ ਤਾਂ ਰੋਜ਼ ਹੀ ਆਵਾਜ਼ਾਂ ਦਿੰਦੇ ਹਨ। ਹਰੇਕ ਧਾਰਮਿਕ ਮੰਦਰ ਦੇ ਧਾਰਮਿਕ ਸਥਾਨ ਦੇ ਅੰਦਰੋਂ ਰੋਜ਼ ਆਵਾਜ਼ਾਂ ਪੈਂਦੀਆਂ ਹਨ, ਆਗੇ ਸਮਝ ਚੱਲੋ ਨੰਦ ਲਾਲਾ, ਤੂੰ ਸਮਝ ਕੇ ਚੱਲ, ਅੱਗੇ ਸਮਝ ਲਾ ਕਿ ਉਹ ਖੜੇ ਹਨ ਤੇਰੇ ਸਿਰ ਦੇ ਉੱਪਰ ਡਾਂਗ ਲੈ ਕਰਕੇ, ਤੇ ਉਹਨਾਂ ਨੇ ਲੇਖਾ ਪੁੱਛਣਾ ਹੈ। ਤੂੰ ਸਮਝ ਲਾ, ਸੋਚ ਵਿਚਾਰ ਕੇ ਆਪਦੇ ਕਾਰਜ ਕਰ, ਦੇ ਲੰਮੀ ਨਜ਼ਰ ਨਿਹਲ ਗਿਆ, ਲੰਮੀ ਨਜ਼ਰ ਦੇਖ ਕਰ ਵੀ ਇਹਦਾ ਕਾਰਜ ਦਾ ਮੈਨੂੰ ਫਲ ਕੀ ਮਿਲਣਾ ਹੈ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਣੇ ਨਗਰ ਦੇ ਅੰਦਰ, ਆਪਣੇ ਘਰਾਂ ਦੇ ਪਾਸ ਹੀ ਆਣ ਕਰਕੇ ਬਿਰਾਜੇ ਹੋਏ ਹਨ, ਤੇ ਆਪਾਂ ਲਾਹਾ ਨਾ ਪ੍ਰਾਪਤ ਕਰ ਸਕੇ ਤੇ ਆਪਣੇ ਅੰਦਰ ਘਾਟ ਹੈ। ਸਤਿਗੁਰੂ ਤੋਂ ਬਖਸ਼ਿਸ਼ ਕਰ ਰਹੇ ਹਨ ਹਰ ਸਮੇਂ। ਸੋ ਸਾਧ ਸੰਗਤ ਇਹ ਜੋ ਅੱਜ ਹੁਣ ਤੱਕ 8 ਜੋ ਪੌੜੀਆਂ ਪੂਰੀਆਂ ਹੋ ਗਈਆਂ ਹਨ ਸ੍ਰੀ ਆਨੰਦ ਸਾਹਿਬ ਦੀਆਂ, ਸੋ ਸਤਿਗੁਰੂ ਕਿਰਪਾ ਕਰਨ ਅਗਲੇਰੇ ਵਿਚਾਰ ਆਪਾਂ ਆਉਣ ਵਾਲੇ ਦੀਵਾਨਾਂ ਦੇ ਅੰਦਰ ਸਰਵਣ ਕਰਾਂਗੇ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ।
ਕਿ ਇਹ ਜਿਹੜੀਆਂ ਦਾਤਾਂ ਹਨ ਇਹ ਸਤਿਗੁਰਾਂ ਪਾਸੋਂ ਪ੍ਰਾਪਤ ਹੁੰਦੀਆਂ ਹਨ, ਅਤੇ ਆਪਾਂ ਵੀ ਸਤਿਗੁਰਾਂ ਦੇ ਦਰ ਦੇ ਅੰਦਰ ਆਣ ਕਰਕੇ ਅਤੇ ਮੰਗ ਕਰਕੇ ਇਹ ਸਾਰੀਆਂ ਦਾਤਾਂ ਦੁਨਿਆਵੀ ਵੀ ਸਤਿਗੁਰਾਂ ਤੋਂ ਮੰਗਣੀਆਂ ਹਨ, ਅਤੇ ਪਰ ਜਿਹੜੀ ਸ੍ਰੇਸ਼ਟ ਦਾਤ ਹੈ ਨਾ, ਵਿਣ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੈ ਮਨ ਕੀ ਭੁੱਖ। ਸਾਨੂੰ ਸਤਿਗੁਰੂ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਨਾਮ ਦੀ ਦਾਤ ਦੇ ਨਾਲ ਸਾਡੀਆਂ ਸਾਰੀਆਂ ਤ੍ਰਿਸ਼ਨਾ ਮਾਇਆ ਦੀਆਂ ਭੁੱਖਾਂ ਨਾਸ ਹੋ ਜਾਣ, ਅਤੇ ਸਾਡੇ ਫਿਰ ਇਸ ਪ੍ਰਕਾਰ ਦੁੱਖ ਵੀ ਨਾਸ ਹੋ ਜਾਣ, ਐਸੀ ਤੁਸੀਂ ਕਿਰਪਾ ਕਰ ਦਿਓ। ਆਈ ਹੋਈ ਸੰਗਤ ਦਾ ਧੰਨਵਾਦ। ਗੁਰਬਾਣੀ ਉਚਾਰਨ ਕਰਦਿਆਂ ਕਥਾ ਕਰਦਿਆਂ ਅਨੇਕਾਂ ਗਲਤੀਆਂ ਹੋ ਗਈਆਂ, ਸਤਿਗੁਰੂ ਬਖਸ਼ਣਹਾਰ ਹਨ, ਬਖਸ਼ਿਸ਼ ਕਰਨ। ਤਰੁੱਠ ਕਰਕੇ ਤੇ ਅਗਾਂਹ ਤੋਂ ਸੁਧ ਕਥਾ ਵਿਚਾਰਾਂ ਤੇ ਪਾਠ ਪੜ੍ਹਨ ਦੇ ਆਪ ਉਦਮ ਬਖਸ਼ਿਸ਼ ਕਰਨ। ਹੁਣ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਫਿਰ ਅਰਦਾਸ ਸਾਰੀ ਸਮਾਪਤੀ ਹੈ ਜੀ। ਗੁਰ ਪ੍ਰਸਾਦੀ ਮਨ ਭਇਆ ਨਿਰਮਲ, ਜਿਨਾ ਭਾਣਾ ਭਾਵੇ। ਕਹਿ ਨਾਨਕ ਜਿਸ ਦੇ ਪਿਆਰੇ, ਸੋਈ ਜਨ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ ਮਾਈ।